ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਰੱਬ ਦਾ ਰੇਡੀਓ ਗੁਰਬਾਣੀ ਚੈਨਲ ਅਤੇ ਰੱਬ ਦਾ ਰੇਡੀਓ ਨਿਊਜ਼ ਚੈਨਲ ਦੀ ਸਾਰੀ ਟੀਮ ਆਪ ਸਾਰਿਆਂ ਦੀ ਚੜ੍ਹਦੀ ਕਲਾ, ਹਰ ਮੈਦਾਨ ਫਤਿਹ ਅਤੇ ਦੇਰ ਔਕਤਾ ਦੇ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਅਰਜ਼ੋਈਆਂ ਕਰਦੀ ਹੈ ਜੀ। ਸੋ ਸੰਗਤ ਜੀ, ਅੱਜ ਆਪ ਸਾਰਿਆਂ ਦੇ ਆਦੇਸ਼ ਅਨੁਸਾਰ, ਆਪ ਸਾਰਿਆਂ ਦੇ ਹੁਕਮ ਅਨੁਸਾਰ ਰੱਬ ਦਾ ਰੇਡੀਓ ਦੀ ਟੀਮ ਅੱਜ ਪਹੁੰਚੀ ਹੈ ਜੀ ਸਿੱਖ ਸਦਭਾਵਨਾ ਦਲ ਦੇ ਆਫਿਸ ਵਿੱਚ। ਸਿੱਖ ਸਦਭਾਵਨਾ ਦਲ ਮੁੱਖ ਸੇਵਾਦਾਰ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਵਡਾਲਾ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ। ਸੋ ਸੰਗਤ ਜੀ, ਅੱਜ ਅਸੀਂ ਸਮਝਾਂਗੇ ਕਿ ਭਾਈ ਸਾਹਿਬ ਜੀ ਦੀ ਸੋਚ ਕਿੰਨੀ ਸੰਗਤ ਦੇ ਲਈ ਕਿੰਨੀ ਕੀ ਚੰਗੀ ਹੈ। ਭਾਈ ਸਾਹਿਬ ਜੀ ਦੇ ਚੋਣ ਨਿਸ਼ਾਨ ਦੇ ਬਾਰੇ, ਸਿੱਖ ਸਦਭਾਵਨਾ ਦਲ ਦੇ ਜੋ ਇੱਕ ਨਵਾਂ ਏਜੰਡਾ, ਨਵਾਂ ਮੈਨੀਫੈਸਟੋ ਲੈ ਕੇ ਆਏ ਨੇ, ਉਹਨਾਂ ਬਾਰੇ ਗੱਲ ਕਰਾਂਗੇ ਜੀ। ਉਸ ਤੋਂ ਪਹਿਲੇ ਇੱਥੇ ਪਤਵੰਤੇ ਸੱਜਣ ਬੈਠੇ ਹੋਏ ਨੇ ਜੀ, ਉਹਨਾਂ ਦਾ ਵੀ ਵੇਰਵਾ ਦੇ ਦਈਏ। ਭਾਈ ਸਾਹਿਬ ਭਾਈ ਕਰਨ ਸਿੰਘ ਜੀ ਬੈਠੇ ਹੋਏ ਨੇ ਜੀ ਇੱਥੇ। ਸੰਗਤਾਂ ਦੇ ਅਣਥਕ ਸੇਵਕ ਭਾਈ ਸਾਹਿਬ ਭਾਈ ਅਮਰਪ੍ਰੀਤ ਸਿੰਘ ਜੀ, ਹਰਮਨ ਸਿੰਘ ਜੀ, ਗੁਰਦੀਪ ਸਿੰਘ ਜੀ, ਤੇ ਇਸ ਪਾਸੇ ਵਿਰਾਜਮਾਨ ਹਨ ਜੀ ਸਰਦਾਰ ਪਰਮਿੰਦਰ ਸਿੰਘ ਜੀ। ਗੁਰੂ ਘਰ ਦੇ ਕੀਰਤਨੀਏ ਵੀ ਹਨ ਸਰਦਾਰ ਹਰਜੀਤ ਸਿੰਘ ਜੀ, ਸ਼ਬਦ ਚੌਂਕੀ ਜੱਥਾ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਪਿਛਲੇ 25 ਸਾਲਾਂ ਤੋਂ ਸੇਵਾ ਕਰ ਰਹੇ ਨੇ ਜੀ। ਸਰਦਾਰ ਰਜਿੰਦਰ ਸਿੰਘ ਜੀ, ਸਰਦਾਰ ਕੁਲਦੀਪ ਸਿੰਘ ਜੀ, ਸਰਦਾਰ ਜਸਮੀਤ ਸਿੰਘ ਜੀ, ਤੇ ਭੈਣ ਜੀ ਸਾਡੇ ਹਰਪ੍ਰੀਤ ਕੌਰ ਜੀ ਐਡਵੋਕੇਟ ਸਾਹਿਬ ਹਨ, ਉਹ ਵੀ ਪਹੁੰਚੇ ਹੋਏ ਨੇ ਜੀ। ਤੇ ਇੱਕ ਦਿੱਲੀ ਜੀ ਜਾਣੀ ਮਾਣੀ ਹਸਤੀ ਸਰਦਾਰ ਮਹਾ ਸਿੰਘ ਜੀ, ਜੋ ਦਿੱਲੀ ਦੀ ਸੰਗਤਾਂ ਦੀ ਸੇਵਾ ਕਰਨ ਲਈ ਹਰ ਸਮੇਂ ਤਤਪਰ ਹਨ ਜੀ। ਸੋ ਆਓ ਸੰਗਤ ਜੀ, ਆਪਣਾ ਪ੍ਰੋਗਰਾਮ ਤਿੱਖੇ ਸਵਾਲਾਂ ਦੇ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸ਼ੁਰੂ ਕਰਦੇ ਹਾਂ ਜੀ ਤੇ ਵਿਚਾਰ ਸਾਂਝੇ ਕਰਦੇ ਹਾਂ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਸਰਦਾਰ ਬਲਦੇਵ ਸਿੰਘ ਵਡਾਲਾ ਜੀ ਨਾਲ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲੇ ਤਾਂ ਆਪ ਜੀ ਆਪਣੇ ਚੋਣ ਨਿਸ਼ਾਨ ਦੇ ਬਾਰੇ ਦੱਸੋ ਜੀ। ਸਿੱਖ ਸਦਭਾਵਨਾ ਦਲ ਵੱਲੋਂ ਅਸੀਂ ਸ਼ੁਕਰਗੁਜ਼ਾਰ ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਔਰ ਗੁਰੂ ਕੀਆਂ ਸਿੱਖ ਸੰਗਤਾਂ ਦੇ, ਜਿਨ੍ਹਾਂ ਦੀਆਂ ਅਸੀਸਾਂ ਦੇ ਨਾਲ ਪਿਛਲੀ ਵਾਰ ਅਸੀਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ 2016 'ਚ ਆਰੰਭ ਕਰਕੇ 17 ਦੇ ਵਿੱਚ ਇੱਥੇ ਆ ਕੇ ਗੁਰਦੁਆਰਾ ਚੋਣਾਂ ਲੜੀਆਂ ਔਰ ਦਿੱਲੀ ਦੇ ਸੂਝਵਾਨ ਗੁਰਸਿੱਖਾਂ ਨੇ 8.5% ਸਾਨੂੰ ਵੋਟਿੰਗ ਕਰਕੇ ਜਿਹੜਾ ਮਾਣ ਬਖਸ਼ਿਆ, ਜਿਹਦੀ ਬਦੌਲਤ ਪਿਛਲੇ ਦਿਨੀ ਸਾਡੇ ਡਾਕਟਰ ਪਰਮਜੀਤ ਸਿੰਘ, ਭਾਈ ਮਹਾ ਸਿੰਘ, ਹੋਰ ਸਾਰਿਆਂ ਦੀ ਮਿਹਨਤ ਦਾ ਸਦਕਾ ਸਾਨੂੰ ਚੋਣ ਨਿਸ਼ਾਨ ਜਿਹੜਾ ਸੀਗਾ ਟੇਬਲ ਲੈਂਪ ਦੇ, ਉਹ ਜਿਹੜਾ ਸਿੰਬਲ ਅਲਾਉਟ ਹੋਇਆ, ਉਹ ਪਿਛਲੇ ਦਿਨੀ ਮਹਾਰਾਜ ਨੇ ਕਿਰਪਾ ਕੀਤੀ ਕਿ ਸਾਡੀ ਜਿਹੜੀ ਉਹ ਘਾਲਣਾ ਸੀ ਉਹ ਥਾਏ ਪਈ। ਉਹ ਅਸੀਂ ਸਿੱਖ ਸੰਗਤਾਂ ਦੇ ਰੂਬਰੂ ਕਰ ਚੁੱਕੇ ਹਾਂ, ਚੋਣ ਨਿਸ਼ਾਨ ਟੇਬਲ ਲੈਂਪ। ਭਾਈ ਸਾਹਿਬ ਜੀ, ਰੱਬ ਦਾ ਰੇਡੀਓ ਨਿਊਜ਼ ਚੈਨਲ ਅਤੇ ਰੱਬ ਦਾ ਰੇਡੀਓ ਗੁਰਬਾਣੀ ਚੈਨਲ ਦੀ ਟੀਮ ਵੱਲੋਂ ਆਪ ਜੀ ਦੇ ਚੋਣ ਨਿਸ਼ਾਨ ਲਈ ਬਹੁਤ ਬਹੁਤ ਵਧਾਈਆਂ ਜੀ। ਭਾਈ ਸਾਹਿਬ ਜੀ, ਇੱਕ ਬਹੁਤ ਵੱਡਾ ਸਵਾਲ ਤਾਂ ਬੜੇ ਸਾਰੇ ਨੇ ਤੇ ਮਾਫੀ ਦੇਣਾ, ਕੁਝ ਸਵਾਲ ਸਾਡੇ ਤਿੱਖੇ ਵੀ ਹੋਣਗੇ। ਸਭ ਤੋਂ ਪਹਿਲਾ ਸਵਾਲ ਔਰ ਸਭ ਤੋਂ ਵੱਡਾ ਸਵਾਲ ਹੈ ਕਿ ਆਪ ਜੀ 10 ਰੁਪਏ 'ਚ GHPS ਵਿੱਚ ਬੱਚੇ ਕਿੱਦਾਂ ਪੜ੍ਹਾਓਗੇ, ਕਿਉਂਕਿ ਸਟਾਫ ਦੀ ਸੈਲਰੀ ਵੀ ਹੈ, ਮੇਨਟੇਨੈਂਸ ਵੀ ਹੈ ਤੇ ਹੋਰ ਬੜੇ ਸਾਰੇ ਖਰਚੇ ਹੁੰਦੇ ਨੇ, ਜੋ ਕਿ ਮੌਜੂਦਾ ਸੇਵਾਦਾਰ ਜਿੰਨੇ ਵੀ ਕਮੇਟੀ 'ਚ ਬੈਠੇ ਹੋਏ ਨੇ ਉਹਨਾਂ ਕੋਲ ਤਾਂ ਸੈਲਰੀ ਦੇਣ ਜੋਗੇ ਵੀ ਪੈਸੇ ਨਹੀਂ ਹਨ। ਤੇ ਆਪ ਜੀ ਕਿੱਦਾਂ 10 ਰੁਪਏ 'ਚ ਪੜ੍ਹਾ ਲਓਗੇ ਜੀ? ਇਹ ਉਸ ਤਰ੍ਹਾਂ ਪੜ੍ਹਾ ਲਵਾਂਗੇ 10 ਰੁਪਏ, ਜਿਵੇਂ 20 ਰੁਪਈਆਂ 'ਚ ਬਾਬੇ ਨੇ ਲੰਗਰ ਲਾਇਆ ਸੀਗਾ। ਵਾਹ ਜੀ। ਔਰ ਇਹ ਬੇਨਤੀ ਕਰਦੇ ਹਾਂ, ਪਹਿਲੀ ਗੱਲ ਕਿ ਦਿੱਲੀ ਕਮੇਟੀ 'ਤੇ ਆ ਜਿੰਨੇ ਵੀ ਹੁਣ ਤੱਕ ਸਿਆਸੀ ਲੋਕ ਕਬਜ਼ਾ ਕਰਕੇ ਮਨਿਆਈਆਂ ਕਰ ਰਹੇ ਨੇ ਜਾਂ ਕਰ ਚੁੱਕੇ, ਇਹਨਾਂ ਨੂੰ ਐਲਾਨੀਆਂ ਅਸੀਂ ਸਿੱਖ ਸਦਭਾਵਨਾ ਦਲ ਵੱਲੋਂ ਕਹਿੰਦੇ ਆ ਕਿ ਸਾਨੂੰ 2 ਸਾਲ ਜਾਂ 4 ਸਾਲ ਸਕੂਲ ਇਕੱਲੇ ਲਿਖ ਦਿਓ, ਗੋਲਕਾ ਤੁਸੀਂ ਰੱਖ ਲਓ। ਅਗਰ ਅਸੀਂ 2 ਸਾਲ ਸਕੂਲ 10 ਰੁਪਈਆਂ 'ਚ ਚਲਾ ਗਏ ਤੇ ਗੁਰਦੁਆਰਿਆਂ ਦੇ ਵਿੱਚੋਂ ਤੁਸੀਂ ਇਹ ਪੱਕੇ ਤੌਰ 'ਤੇ ਪ੍ਰਣ ਕਰੋ ਸੰਗਤ ਨਾਲ ਕਿ ਮੁੜ ਕੇ ਤੁਸੀਂ ਗੁਰਦੁਆਰਾ ਚੋਣਾਂ 'ਚ ਭਾਗ ਨਹੀਂ ਲਓਗੇ। ਅਸੀਂ ਨਾ ਚਲਾ ਸਕੇ, ਅਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਉਦੋਂ ਬਾਅਦ ਅਸੀਂ ਗੁਰਦੁਆਰਾ ਪ੍ਰਬੰਧ ਦੀ ਗੱਲ ਕਿਤੇ ਨਹੀਂ ਕਰਾਂਗੇ। ਉਦੋਂ ਅਗਲੀ ਗੱਲ, ਇਹ 20 ਰੁਪਈਆਂ 'ਚ ਬਾਬੇ ਨੇ ਲੰਗਰ ਚਲਾਇਆ, ਉਵੇਂ ਚਲਾਵਾਂਗੇ। ਲੋਕਡਾਊਨ ਲੱਗਿਆ, ਲੋਕਡਾਊਨ ਦੇ ਦਰਮਿਆਨ ਸਿੱਖ ਸੰਗਤਾਂ ਨੇ ਪੂਰੀ ਦੁਨੀਆ ਵਿੱਚ ਇੰਨੇ ਕੁ ਲੰਗਰ ਚਲਾ ਦਿੱਤੇ, ਜਿੱਥੇ ਬਾਕੀ ਅੰਦਰ ਭੁੱਖੇ ਮਰ ਰਹੇ ਸੀ, ਬਿਜ਼ਨਸ ਬੰਦ ਸਨ, ਦੁਕਾਨਾਂ ਬੰਦ ਸੀਗੀਆਂ, ਪਰ ਹੈਰਾਨੀ ਦੀ ਗੱਲ ਕਿ ਸਿੱਖ ਲੰਗਰ ਲਾਈ ਬੈਠੇ ਨੇ ਦਵਾਈਆਂ ਦੇ, ਕੱਪੜਿਆਂ ਦੇ, ਛਕਣ ਛਕਾਉਣ ਦੇ।
ਔਰ ਟਰੰਪ ਵਰਗੇ ਨੂੰ ਕਹਿਣਾ ਪਿਆ ਕਿ ਮਹਾਮਾਰੀਆਂ ਤੋਂ ਕੋਈ ਬਚਾ ਸਕਦਾ ਹੈ, ਸਿੱਖ ਤੇ ਗੁਰਦੁਆਰਾ ਬਚਾ ਸਕਦਾ ਹੈ ਤੇ ਪੂਰੀ ਦੁਨੀਆ ਤੇ ਪੈਦਾ ਕਰ ਦਿਓ। ਔਰ ਉਸੇ ਲੋਕਡਾਊਨ ਦੇ ਵਿੱਚ ਇਹ ਜਿਹੜੇ ਲੋਕ ਕਹਿੰਦੇ ਨੇ ਕਿਸ ਤਰ੍ਹਾਂ ਪੜ੍ਹਾਓਗੇ ਤੁਸੀਂ, ਇਹ ਲੋਕ ਆਟਾ ਵੇਚਦਾ ਸਿਰਸਾ ਫੜਿਆ ਗਿਆ ਦਿੱਲੀ ਦੇ ਵਿੱਚ ਜੀ। ਔਰ ਜੀਕੇ ਸਾਹਿਬ ਤੇ ਵੀ ਮੁਕੱਦਮਾ ਦਰਜ ਹੋਇਆ, ਜਿਹੜਾ ਉਹ ਚੱਲ ਰਿਹਾ ਜੀ। ਉਹ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਾਂ ਤੇ ਬਾਦਲ ਕੇ 12 ਲੱਖ ਦੀ ਸਬਜ਼ੀ ਖਾ ਗਏ ਤਖਤ ਕੇਸਗੜ੍ਹ ਸਾਹਿਬ, 1 ਲੱਖ ਦਾ ਇਹਨਾਂ ਦਾ ਮੈਂਜਰ ਦੁੱਧ ਪੀ ਗਿਆ 1 ਮਹੀਨੇ 'ਚ ਮੁਕਤਸਰ ਸਾਹਿਬ ਵਾਲੇ ਪਾਸੇ। 500 ਟਨ ਕਣਕ ਵੇਚਦਾ ਸੁਖਚੈਨਿਆਣਾ ਸਾਹਿਬ ਮੈਂਜਰ ਫੜਿਆ ਗਿਆ। ਔਰ ਲੋਕਡਾਊਨ ਦੇ ਵਿੱਚ ਗੁਰੂ ਕੇ ਸਿੱਖੇ ਦੇ ਬਾਵਜੂਦ ਲੰਗਰ ਲਾਈ ਬੈਠੇ ਨੇ। ਅੱਜ ਕਿਸਾਨ ਮੋਰਚਾ ਚੱਲ ਰਿਹਾ, ਉੱਥੇ ਜਿਹੜੇ ਲੰਗਰ ਚੱਲ ਰਹੇ ਨੇ, ਅਰਬਾਂ ਰੁਪਈਆ ਖਰਚਿਆ ਗਿਆ ਵਾ, ਉਹ ਕਿੱਥੋਂ ਆਇਆ, ਕਿਵੇਂ ਹੋਇਆ? ਇਹ ਗੁਰੂ ਕੀ ਸੰਗਤ ਬੜੀ ਮਹਾਨ ਹੈ। ਇਹ ਸਕੂਲ ਤਾਂ ਕੁਝ ਵੀ ਨਹੀਂ ਉਹਨਾਂ ਦੇ ਸਾਹਮਣੇ। ਇਹ ਤਾਂ ਦਿੱਲੀ ਦੀ ਗੱਲ ਕਰਦੇ ਆ ਨਾ, ਆਪਾਂ ਤੇ ਪੂਰੇ ਭਾਰਤ ਦੇ ਸਕੂਲ ਚਲਾ ਸਕਦੇ ਹਾਂ। ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ। ਔਰ ਇਹਨਾਂ ਲੋਕਾਂ ਨੇ ਜਿੱਦਣ ਜੀਕੇ ਹੋਣੀ ਪ੍ਰਧਾਨ ਨਹੀਂ ਸੀ ਬਣੇ, ਜਾਂ ਕੋਈ ਸਰਨੇ ਦੂਜੇ ਤੀਜੇ ਆ ਜਿੰਨੇ ਵੀ ਇੱਥੇ ਹੈਗੇ ਆ, ਵੇਖੋ ਜਦੋਂ ਦਿੱਲੀ ਦਾ ਪ੍ਰਧਾਨ ਬਣਦਾ ਹੈ, ਸ਼੍ਰੋਮਣੀ ਕਮੇਟੀ ਦਾ ਬਣਿਆ, ਤੇ ਉਹ ਸ਼ਾਨਪੂਰਾ ਕਹਿੰਦੇ ਵੇਚਦਾ ਹੁੰਦਾ ਸੀ ਮੱਕੜ ਸਾਹਿਬ। ਪਰ ਜਿੱਦਣ ਲੱਥਾ ਇਹ ਕਹਿੰਦੇ ਜੀ 600 ਕਰੋੜ ਦਾ ਮਾਲਕ ਬਣ ਗਿਆ। ਤੇ ਜੇ ਇੱਕ ਪ੍ਰਧਾਨ ਬਣਦਾ ਹੈ, ਜਿੱਦਣ ਬਣਦਾ ਹੈ ਉਦੋਂ ਉਹਦੇ ਪੱਲੇ ਕੱਖ ਨਹੀਂ ਹੁੰਦਾ, ਜਿੱਦਣ ਲੈਂਦਾ ਹੈ ਉਹ ਕੋਈ 1000 ਕਰੋੜ ਦਾ ਮਾਲਕ ਤੇ ਕੋਈ 600 ਕਰੋੜ ਦਾ ਮਾਲਕ ਬਣ ਸਕਦਾ ਹੈ। ਇਹ ਗੁਰੂ ਕੀਆਂ ਸੰਗਤਾਂ ਦਾ ਪੈਸਾ ਇਹਨਾਂ ਨੇ ਘਰਾਂ ਨੂੰ ਖੜਿਆ ਹੈ, ਅਸੀਂ ਸਕੂਲਾਂ ਚਲਾ ਲੈਣਾ ਹੈ। ਇਸ ਲਈ ਇਕੱਲੇ ਦਿੱਲੀ ਦੀ ਗੱਲ ਛੱਡੋ, ਆਪਾਂ ਤੇ ਪੂਰੇ ਭਾਰਤ ਦੇ ਨਿਆਣੇ ਪੜ੍ਹਾ ਸਕਦੇ। ਵਾਹ ਜੀ ਵਾਹ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੀ, ਇਹ ਗੱਲ ਤੁਸੀਂ ਬੜੇ ਧਿਆਨ ਨਾਲ ਸੁਣਨਾ। ਅਸੀਂ ਇੱਕ ਵਾਰ ਹੋਰ ਫਿਰ ਚਲਾਵਾਂਗੇ ਇਹ ਗੱਲ ਕਿ ਅਸੀਂ ਚਾਹੀਏ ਤੇ ਪੂਰੇ ਭਾਰਤ ਦੇ ਸਕੂਲ ਵੀ ਚਲਾ ਸਕਦੇ ਹਾਂ। ਸੋ ਸੰਗਤ ਜੀ, ਇਹ ਜੋ ਸਭ ਤੋਂ ਵੱਡਾ ਮੁੱਦਾ ਸੀ ਨਾ, ਉਹ ਤਾਂ ਕਲੀਅਰ ਹੋ ਗਿਆ। ਬੜੀ ਸਰਲ ਭਾਸ਼ਾ 'ਚ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਵਡਾਲਾ ਜੀ ਨੇ ਦੱਸਿਆ ਕਿ 10 ਰੁਪਏ 'ਚ ਬੱਚੇ ਪੜ੍ਹਾਂਗੇ। ਤੇ ਭਾਈ ਸਾਹਿਬ ਜੀ, ਹੁਣ ਅਗਲਾ ਸਵਾਲ ਇਹ ਹੈ ਕਿ ਸਿਆਸੀ ਪਾਰਟੀਆਂ ਜੋ ਹਨ ਆਪਣੀ ਆਪਣੀ ਵਿਚਾਰਧਾਰਾ ਲੈ ਕੇ ਸੰਗਤਾਂ ਦੇ ਦਰਵਾਜ਼ਿਆਂ ਤੱਕ ਜਾ ਰਹੀਆਂ ਹਨ, ਲੇਕਿਨ ਉਹਨਾਂ ਵਿਚਾਰਧਾਰਾ ਵਿੱਚ ਕਿੱਥੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਅਸੀਂ ਨਵੀਂ ਪਨੀਰੀ ਨੂੰ ਅੰਮ੍ਰਿਤ ਵਾਲੇ ਬੰਨੇ ਤੋਰਾਂਗੇ। ਤੇ ਇਸ ਬਾਰੇ ਦੱਸੋ ਵੀਰ ਜੀ ਕੁਝ। ਸਿੱਖ ਸਦਭਾਵਨਾ ਦਲ ਦਾ ਜਿਹੜਾ ਮੁੱਖ ਉਦੇਸ਼ ਹੈ ਜਾਂ ਏਮ ਹੈ ਕਿ ਅਸੀਂ ਜਿਹੜੀ ਸਿੱਖ ਜਨਰੇਸ਼ਨ ਆ, ਜਿੱਥੇ ਉਹਨੂੰ 10 ਰੁਪਈਆਂ 'ਚ ਪੜ੍ਹਾਈ ਦੇਣੀ, ਦਵਾਈ ਦੇਣੀ, ਉਹਦੀ ਕਮਾਈ ਦੇ ਨੌਕਰੀ ਦੇ ਸਾਧਨ ਪੈਦਾ ਕਰਨੇ, ਉੱਥੇ ਉਹਦੇ ਲਈ ਲਾਜ਼ਮੀ ਹੈ ਉਹ 5 ਬਾਣੀਆਂ ਦਾ ਨਿਤਨੇਮੀ ਤੇ ਅੰਮ੍ਰਿਤਧਾਰੀ ਹੋਵੇ। ਅਸੀਂ ਬਕਾਇਦਾ ਜਦੋਂ ਸਿੱਖ ਸਦਭਾਵਨਾ ਦਲ ਦਾ ਫਾਰਮ ਭਰਵਾਉਂਦੇ ਆ, ਉਹਦੇ ਵਿੱਚ ਲਿਖਿਆ ਹੋਇਆ ਜੇ ਅੰਮ੍ਰਿਤ ਨਹੀਂ ਛਕਿਆ ਤੇ 6 ਮਹੀਨਿਆਂ ਦੇ ਅੰਦਰ ਅੰਮ੍ਰਿਤ ਛਕ ਕੇ ਉਹਨੂੰ ਸਰਟੀਫਿਕੇਟ ਦੇਣਾ ਹੋਊ, ਨਹੀਂ ਤਾਂ 6 ਮਹੀਨਿਆਂ ਬਾਅਦ ਉਹਦੀ ਜਿਹੜੀ ਉਹ ਮੈਂਬਰਸ਼ਿਪ ਹੈ ਉਹ ਖਾਰਜ ਕਰ ਦਿੱਤੀ ਜਾਂਦੀ ਹੈ। ਅਸੀਂ ਇਹ ਤਾਂ ਗੁਰੂ ਸਾਹਿਬ ਜੀ ਦਾ ਹੁਕਮ ਹੈ, ਸਾਡਾ ਥੋੜ੍ਹਾ। ਰਹਿਣੀ ਰਹਿ ਸੋਈ ਸਿੱਖ ਮੇਰਾ, 5 ਸਿੰਘ ਅੰਮ੍ਰਿਤ ਜੋ ਦੇਵੈ, ਤਾਂ ਕੋ ਸਿਰ ਧਰ ਛਕ ਪੁੰਨ ਲੇਵੈ। ਇਹ ਕੋਈ ਕਾਰਪੋਰੇਟ ਘਰਾਣਾ ਨਹੀਂ ਆ, ਇਹ ਇੱਕ ਧਰਮ ਸਥਾਨ ਹੈ, ਇੱਕ ਧਰਮ ਦਾ ਉਹ ਸਾਡੀ ਯੂਨੀਵਰਸਿਟੀ ਹੈ, ਜਿੱਥੇ ਸਾਨੂੰ ਲੈਣੇ ਤੋਂ ਨਾਨਕ ਬਣਨ ਦੀ ਜਾਚ ਦੱਸੀ ਜਾਂਦੀ ਹੈ, ਚੇਲੇ ਤੋਂ ਗੁਰੂ ਹੋਣ ਦੀ, ਦਇਆ ਰਾਮ ਤੋਂ ਗੋਬਿੰਦ ਸਿੰਘ ਹੋਣ ਦੀ। ਇਸ ਲਈ ਇਹ ਲਾਜ਼ਮੀ ਹੈ ਕਿ ਸਿੱਖ ਬੱਚਿਆਂ ਦੀ ਜਿੱਥੇ ਉਹ ਹਰ ਤਰ੍ਹਾਂ ਦਾ ਖਿਆਲ ਰੱਖਣਾ, ਉੱਥੇ ਉਦੋਂ ਵੱਧ ਜ਼ਰੂਰੀ ਉਹਨਾਂ ਵਾਸਤੇ ਅੰਮ੍ਰਿਤਧਾਰੀ ਹੋਣਾ, ਨਿਤਨੇਮੀ ਹੋਣਾ, ਉਹਨਾਂ ਨੂੰ ਗੱਤਕਾ ਸਿਖਾਉਣਾ, ਸ਼ਸਤਰ ਵਿਦਿਆ ਦੇਣੀ, ਔਰ ਉਹਨਾਂ ਦਾ ਹਰ ਤਰ੍ਹਾਂ ਦਾ ਖਾਣ ਪਾਣ ਦਾ ਜਿਹੜਾ ਸੀਗਾ ਬਾਣੀ ਬਾਣੇ ਦਾ ਖਿਆਲ ਰੱਖਿਆ ਜਾਣਾ। ਇਹ ਸਾਡਾ ਮੁੱਖ ਉਦੇਸ਼ ਸੀ, ਹੈ ਤੇ ਰਹੇਗਾ। ਸੋ ਸੰਗਤ ਜੀ, ਭਾਈ ਸਾਹਿਬ ਜੀ ਦੇ ਵਿਚਾਰ ਸੁਣ ਕੇ ਨਾ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਹੁਕਮਨਾਮਾ ਦਾਸ ਨੂੰ ਯਾਦ ਆ ਗਿਆ ਕਿ ਕੀਏ ਜਦ ਬਚਨ ਸਤਿਗੁਰ ਕਾਰਨ ਕਰਨ ਸਰਬ ਸੰਗਤ ਆਦ ਅੰਤ ਮੇਰਾ ਖਾਲਸਾ। ਕੀਏ ਜਦ ਬਚਨ ਸਤਿਗੁਰ ਕਾਰਨ ਕਰਨ ਸਰਬ ਸੰਗਤ ਆਦ ਅੰਤ ਮੇਰਾ ਖਾਲਸਾ। ਮਾनेगा हुक्म सो तो होवेगा सही, ना मानेगा हुक्म सो तो होवेगा बेहालसा। 5 की कुसंगत ताज संगत स्यों प्रीत करे, दया और धर्म याहे त्यागे सब लालसा। हुक्का ना पीवे सीस दाढ़ी ना मुंडावे, सो तो वाहिगुरू 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 जी का खालसा। सो संगत जी, भाई साहब जी के विचार बड़े उच्चे ते सुच्चे, नीति और नीयत दोनों साफ हैं।
ਜੋ ਵਲਵਲਾ ਹੈ ਨਾ ਸਿੱਖੀ ਦੀ ਸੇਵਾ ਕਰਨ ਦਾ, ਉਹ ਆਪ ਜੀ ਦੇ ਇਸ ਇੰਟਰਵਿਊ ਰਾਹੀਂ ਆਪ ਸਾਰਿਆਂ ਨੂੰ ਪਤਾ ਚੱਲ ਰਿਹਾ ਹੈ। ਤੇ ਇੱਕ ਅਗਲਾ ਸਵਾਲ ਹੈ ਭਾਈ ਸਾਹਿਬ, ਉਹਨੂੰ ਆਪ ਜੀ ਉਸ ਨੂੰ ਸਵਾਲ ਸਮਝੋ ਜਾਂ ਸਾਡੀ ਬੇਨਤੀ ਸਮਝੋ। ਅਸੀਂ ਉਸ ਬਾਰੇ ਸਮਝਣਾ ਚਾਹੁੰਦੇ ਹਾਂ ਕਿ ਕੁਝ ਪਤਵੰਤੇ ਸੱਜਣ ਜੋ ਇਹਨਾਂ ਦਿਨਾਂ 'ਚ ਮੌਜੂਦਾ ਸੀਟਾਂ 'ਤੇ ਵਿਰਾਜਮਾਨ ਹਨ ਤੇ ਉਹਨਾਂ 'ਤੇ FIRਾਂ ਹੋ ਰਹੀਆਂ ਹਨ। ਕਿਸੇ ਤੇ ਘੁਟਾਲਾ ਪੈ ਰਿਹਾ ਹੈ, ਘੁਟਾਲੇ ਦਾ ਆਰੋਪ ਲੱਗਿਆ, ਕੋਈ ਆਟਾ, ਕੋਈ ਦਾਲ, ਕੋਈ ਘਿਓ, ਕੋਈ ਟੈਂਟ ਤਰਪਾਲ ਖਾ ਗਿਆ, ਕੋਈ ਗੋਲਕ ਦੀ ਚੋਰੀ ਕਰ ਗਿਆ। ਤੇ ਅਸੀਂ ਇਹਨੂੰ ਕਿਸ ਤਰ੍ਹਾਂ ਸਮਝੀਏ ਕਿ ਕਬੂਤਰ ਦੇ ਪਿੰਜਰੇ ਦਾ ਦਰਵਾਜ਼ਾ ਬਿੱਲੀ ਖੋਲ੍ਹ ਰਹੀ ਹੈ, ਜਾਂ ਫਿਰ ਦੁੱਧ ਦੀ ਰਖਵਾਲੀ ਬਿੱਲੀ ਕਰ ਰਹੀ ਹੈ, ਜਾਂ ਰਕਸ਼ਕ ਹੀ ਭਕਸ਼ਕ ਬਣ ਗਿਆ ਹੈ, ਜਾਂ ਜਿਨ੍ਹਾਂ ਨੂੰ ਅਸੀਂ ਗੋਲਕ ਦੀ ਰਖਵਾਲੀ ਵਾਸਤੇ ਬਿਠਾਇਆ ਸੀ, ਸਦ ਉਪਯੋਗ ਵਾਸਤੇ ਬਿਠਾਇਆ ਸੀ, ਤੇ ਉਹੀ ਚੋਰੀ ਕਰ ਰਹੇ ਨੇ। ਇਸ ਬਾਰੇ ਕੁਝ ਚਾਨਣਾ ਪਾਓ ਤੁਸੀਂ। ਇਹਦੇ ਬਾਰੇ ਤਾਂ ਮੈਂ ਇਹੀ ਕਹਾਂਗਾ ਕਿ ਉਹ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਜ਼ਿਕਰ ਆਉਂਦਾ ਹੈ, ਜੇ ਮਾਓ ਪੁੱਤੇ ਵਿਸ ਦੇ ਤਿਸਤੇ ਕਿਸ ਪਿਆਰਾ, ਜੇ ਘਰ ਭੰਨੈ ਪਾਹਰੂ ਕੌਣ ਰੱਖਣ ਹਾਰਾ, ਬੇੜੀ ਡੋਬੈ ਪਾਤਣੀ ਕਿਉਂ ਪਾਰ ਉਤਾਰਾ। ਜਦੋਂ ਬੇੜੀ ਨੂੰ ਪਾਰ ਲਾਉਣ ਵਾਲਾ ਡੋਬਣ ਦੀ ਠਾਣ ਲੈ ਔਰ ਘਰ ਦਾ ਚੌਂਕੀਦਾਰ ਹੀ ਘਰ ਨੂੰ ਸੰਨ ਲਾ ਲੈ। ਮਾਂ ਦੁਨੀਆ ਮਾਰਨਾ ਚਾਹਵੇ, ਮਾਂ ਪੱਖ 'ਚ ਹੋਵੇ ਮਾਰ ਨਹੀਂ ਸਕਦੀ, ਪਰ ਜਦੋਂ ਮਾਂ ਮਾਰਨਾ ਚਾਹਵੇ ਤੇ ਦੁਨੀਆ ਬਚਾ ਨਹੀਂ ਸਕਦੀ। ਇਸ ਲਈ ਇੱਥੇ ਹੁਣ ਇਹ ਗੁਰਦੁਆਰਾ ਸਿਸਟਮ ਸਿਆਸੀ ਲੋਕਾਂ ਦੀ ਭੇਟ ਚੜ੍ਹ ਜਾਣ ਕਾਰਨ ਇੰਨਾ ਕੁ ਗਰਕ ਚੁੱਕਾ ਹੈ, ਚਾਹੇ ਦਿੱਲੀ ਕਮੇਟੀ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਬਾਦਲਾਂ ਦਾ ਕਬਜ਼ਾ। ਔਰ ਇਹਨਾਂ ਲੋਕਾਂ ਨੇ ਇੰਨਾ ਕੁ ਉਹ ਘਾਣ ਕਰ ਦਿੱਤਾ ਕਿ ਹੁਣ ਤੱਕ ਤੁਸੀਂ ਇਹ ਸੁਣਿਆ, ਇਹ ਗੋਲਕਾਂ ਖਾ ਗਏ, ਇਹ ਡੂਨੇ ਖਾ ਗਏ, ਕੜਾਹ ਪ੍ਰਸ਼ਾਦ ਖਾ ਗਏ, ਲੰਗਰਾਂ ਦੇ ਬਾਲਣ ਖਾ ਗਏ, ਗੁਰਦੁਆਰਿਆਂ ਦੀਆਂ ਜ਼ਮੀਨਾਂ ਖਾ ਗਏ। ਇਹਨਾਂ ਨੇ ਕੁਛ ਛੱਡਿਆ ਨਹੀਂ, ਜਿਹੜੀ ਜਿੱਥੇ ਜਿੱਥੇ ਜੋ ਬਚਿਆ। ਹੁਣ ਰਮਾਲੇ ਖਾ ਗਏ, ਚੰਦੋਆ ਸਾਹਿਬ 'ਚੋਂ ਪੈਸੇ ਖਾ ਗਏ। ਹੁਣ ਇਹ ਸੁਣ ਲਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਚੋਰੀ ਵੇਚ ਕੇ ਖਾ ਗਏ। ਜਿਹੜੇ ਲੋਕ ਇੰਨੇ ਕੁ ਗਰਕ ਚੁੱਕੇ ਨੇ, ਉਹਨਾਂ 'ਤੇ ਭਰੋਸਾ ਰੱਖਣਾ ਜਾਂ ਉਹਨਾਂ ਦੀ ਗੱਲ ਕਰਨੀ, ਇਹ ਤਾਂ ਫਿਰ ਬੜੀ ਮਾੜੀ ਗੱਲ ਹੋ ਸਾਡੇ ਵਾਸਤੇ ਵੀ ਜੇ ਅਜੇ ਵੀ ਅਸੀਂ ਇਹਨਾਂ ਬਾਰੇ ਸੋਚਦੇ ਹਾਂ ਤਾਂ ਸਾਡੇ ਤੋਂ ਅਕਿਰਤ ਘਣ ਵੱਡਾ ਕੋਈ ਨਹੀਂ ਹੋਊਗਾ। ਔਰ ਜਿੱਥੇ ਇਹਨਾਂ ਲੋਕਾਂ ਨੇ ਇਹ ਖਾਧਾ, ਜਿੰਨੇ ਪਾਪਾਂ ਦੇ ਭਾਗੀ ਇਹ ਲੋਕ ਨੇ, ਉਦੋਂ ਵੱਧ ਭਾਗੀਦਾਰ ਉਹ ਵੀ ਲੋਕ ਨੇ ਜਿਨ੍ਹਾਂ ਨੇ 2000 ਦੇ ਨੋਟ, ਸ਼ਰਾਬ ਦੀਆਂ ਪੇਟੀਆਂ, ਕੰਬਲ, ਮਸ਼ੀਨਾਂ, ਕੱਪੜੇ ਆਦਿਕ ਲੈ ਕੇ ਇਹਨਾਂ ਲੋਕਾਂ ਨੂੰ ਵੋਟ ਪਾਈ। ਉਹ ਉਦੋਂ ਵੱਧ ਭਾਗੀਦਾਰ ਨੇ, ਕਿਉਂਕਿ ਚੁਣਨ ਵਾਲੇ ਉਦੋਂ ਵੱਧ ਗੁਨਾਹਗਾਰ ਹੁੰਦੇ ਨੇ ਵੀ ਤੁਸੀਂ ਵਾਰ-ਵਾਰ ਇਹਨਾਂ ਨੂੰ ਲਿਆ ਰਹੇ ਹੋ। ਔਰ ਜਿਹੜੇ ਲੋਕ ਹੁਣ ਤੱਕ ਇਹ ਕੁਛ ਕਰ ਗਏ ਨੇ, ਸਿੱਖ ਸਦਭਾਵਨਾ ਦਲ ਜਿਹੜਾ ਹੈ ਉਹ ਇਹ ਠਾਣੀ ਬੈਠਾ ਹੈ ਕਿ ਸਿੱਖ ਸੰਗਤ ਇਸ ਵਾਰੀ ਸਾਡੇ ਸਿਰ 'ਤੇ ਹੱਥ ਰੱਖੇ, ਅਸੀਂ ਬਕਾਇਦਾ ਜਾਂਚ ਕਮਿਸ਼ਨ ਬਿਠਾਵਾਂਗੇ। ਔਰ ਇਹਨਾਂ ਇਹ ਜਿਹੜੇ ਦੁੱਧ ਦੀ ਰਾਖੀ ਬਿੱਲੇ ਬਿਠਾਏ ਹੋਏ ਆ ਨਾ, ਦੁੱਧ ਵਾਲੇ ਹੀ ਦੁੱਧ ਦੀ ਰਾਖੀ ਕਰਿਆ ਕਰਨਗੇ। ਔਰ ਆਪ ਹੀ ਇਹਨਾਂ ਦੀ ਜਿੱਥੇ ਜਾਂਚ ਕਮਿਸ਼ਨ ਬੈਠੂਗਾ, ਇਹਨਾਂ ਦੀਆਂ ਉਹ ਸਾਰੀਆਂ ਜੋ ਇਹਨਾਂ ਨੇ ਹੁਣ ਤੱਕ ਕੀਤਾ ਹੈ ਉਹਦੀ ਸਾਰੀ ਭਰਪਾਈ ਕਰਾਵਾਂਗੇ। ਜਿਹਦੀ ਜੇਲ੍ਹ ਬਣਦੀ ਹੋਊਗੀ ਉਹਨੂੰ ਜੇਲ੍ਹ ਜਾਣਾ ਪਊ, ਜਿਹਦੀ ਉਹ ਉੱਥੇ ਹੋਊਗਾ ਜੋ ਵੀ ਉਹਨੇ ਗਤੀਵਿਧੀਆਂ ਕੀਤੀਆਂ ਨੇ ਗੁਰੂ ਘਰ 'ਚ, ਗਲਤ ਕੰਮ ਕੀਤੇ ਨੇ, ਕੋਈ ਸਬਜ਼ੀ ਖਾ ਗਿਆ, ਕੋਈ ਕੁਝ ਖਾ ਗਿਆ, ਗੋਲਕਾਂ ਦੀ ਚੋਰੀ ਕਰ ਗਿਆ, ਉਹਦੀ ਭਰਪਾਈ ਲਈ ਸਾਡੇ ਕੋਲ ਇੱਕੋ ਹੀ ਹੈ ਕਿ ਅਸੀਂ ਜਾਂਚ ਕਮਿਸ਼ਨ ਬਿਠਾ ਕੇ ਸਜ਼ਾਵਾਂ ਵੀ ਦਿਆਂਗੇ ਔਰ ਉਹਨਾਂ ਦੀ ਭਰਪਾਈ ਵੀ ਕਰਾਵਾਂਗੇ, ਤਾਂ ਜੋ ਭਵਿੱਖ ਵਿੱਚ ਕੋਈ ਇਸ ਤਰ੍ਹਾਂ ਦਾ ਕਾਰਾ ਨਾ ਕਰ ਸਕੇ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਵਾਲੀ ਗੱਲ ਬਹਾਲ ਹੋਵੇ। ਜਿਹੜਾ ਗੋਲਕ ਦਾ ਮੂੰਹ ਨਰੈਣੂ ਕੋੜਮੇ ਵੱਲ ਨੂੰ ਹੋਇਆ ਆ, ਉਹ ਅਸੀਂ ਬਦਲ ਕੇ ਗਰੀਬ ਦੇ ਮੂੰਹ ਵੱਲ ਨੂੰ ਕਰਨ ਦੇ ਨਾਲ ਨਾਲ ਇਹਨਾਂ ਦੀਆਂ ਸਜ਼ਾਵਾਂ ਦਾ ਪੱਕਾ ਪ੍ਰਬੰਧ ਕਰਾਂਗੇ, ਜੋ ਅਸੀਂ ਕਰਾਂਗੇ। ਸੋ ਸੰਗਤ ਜੀ, ਸਤਿਕਾਰਯੋਗ ਭਾਈ ਸਾਹਿਬ ਭਾਈ ਸਰਦਾਰ ਬਲਦੇਵ ਸਿੰਘ ਵਡਾਲਾ ਜੀ ਨੇ ਨਾ ਜੋ ਵਿਚਾਰ ਸਾਂਝੇ ਕੀਤੇ ਨੇ, ਉਹਨਾਂ ਨੇ ਨਾ ਇੱਕ ਗੱਲ ਇਹ ਵੀ ਕਹੀ ਹੈ ਕਿ ਜੋ ਹੈ ਸ਼ਰਾਬ ਵੰਡਦੇ ਨੇ ਅਤੇ ਹੋਰ ਕਈ ਤਰ੍ਹਾਂ ਦੇ ਲੁਭਾਵਨੇ ਝਾਂਸੇ ਦਿੰਦੇ ਨੇ ਸੰਗਤ ਨੂੰ, ਤੁਸੀਂ ਉਹਨਾਂ ਦੇ ਵਿੱਚ ਨਾ ਆਓ, ਕਿਉਂਕਿ ਤੁਸੀਂ ਖੁਦ ਉਸ ਦੇ ਭਾਗੀਦਾਰ ਬਣਦੇ ਹੋ ਉਸ ਚੋਰੀ ਦੇ। ਜੇ ਅੱਜ ਅਸੀਂ 2000 ਰੁਪਏ ਦਾ ਨੋਟ ਜਾਂ ਫਿਰ ਉਹਨਾਂ ਦਾ ਕੋਈ ਝਾਂਸਾ ਆਪਣੀ ਝੋਲੀ 'ਚ ਪਾਉਂਦੇ ਹਾਂ, ਅਤੇ ਕੱਲ੍ਹ ਨੂੰ ਅਸੀਂ 4 ਸਿੰਘ ਇਕੱਠੇ ਹੋ ਕੇ ਇਹ ਨਹੀਂ ਕਹਿ ਸਕਦੇ ਕਿ ਉਹ 100 ਕਰੋੜ ਦਾ ਮਾਲਕ ਕਿਉਂ ਹੋ ਗਿਆ, ਕਿਉਂਕਿ ਉਹਦੇ ਭਾਗੀਦਾਰ ਅਸੀਂ ਹਾਂ।
ਅਸੀਂ ਹੀ ਉਹਨੂੰ 2000 ਰੁਪਏ ਲੈ ਕੇ ਉਸ ਰਾਹ ਲਈ ਪ੍ਰੇਰਿਤ ਕੀਤਾ ਹੈ। ਸੋ ਸੰਗਤ ਜੀ, ਨਾਲ ਇੱਕ ਬੇਨਤੀ ਹੋਰ ਵੀ ਹੈ ਕਿ ਇਹ ਜੋ ਸ਼ਰਾਬਾਂ ਵੰਡਦੇ ਨੇ ਧਰਮ ਦੇ ਲਈ, ਜੋ ਅਧਰਮ ਦਾ ਸਹਾਰਾ ਲੈ ਰਹੇ ਨੇ, ਬੇਨਤੀ ਹੈ ਸਿੱਖ ਸਦਭਾਵਨਾ ਦਲ ਦੇ ਸਰਦਾਰ ਮਾਨ ਸਿੰਘ ਜੀ, ਸਰਦਾਰ ਬਲਦੇਵ ਸਿੰਘ ਵਡਾਲਾ ਜੀ ਵੱਲੋਂ ਕਿ ਮੈਂ ਕਦੇ ਮੈਂ ਕਿਸਨੇ ਕਿਤਨੀ ਵੀ, ਮੈਂ ਕਹਤਾ ਸੰਗਤ ਜੀ ਉਹਨੂੰ ਕਹਿੰਦੇ ਨੇ ਜਿਸ ਜਗ੍ਹਾ ਤੇ ਜਿਸ ਥਾਨ ਤੇ ਸ਼ਰਾਬ ਪਿਲਾਈ ਜਾਂਦੀ ਹੈ, ਕਿ ਮੈਂ ਕਦੇ ਮੈਂ ਕਿਸਨੇ ਕਿਤਨੀ ਪੀ ਖੁਦਾ ਜਾਣੇ, ਮਗਰ ਮੈਂ ਕਦਾ ਬਸਤੀ ਕੇ ਕਈ ਘਰ ਪੀ ਗਿਆ। ਸੋ ਸੰਗਤ ਜੀ, ਬੇਨਤੀ ਹੈ ਕਿ ਇਹਨਾਂ ਦੇ ਕਿਸੇ ਝਾਂਸੇ 'ਚ ਨਾ ਆਓ, ਸੱਚੀ ਸੁੱਚੀ ਸੋਚ ਵਾਲੇ ਲੈ ਕੇ ਆਓ, ਕਿਉਂਕਿ ਸਾਨੂੰ ਨਾ ਸਿਆਸੀ ਲੋਕ ਨਹੀਂ ਚਾਹੀਦੇ ਹੁਣ। ਕਿਉਂਕਿ ਇੱਥੇ ਆਉਣ ਤੋਂ ਪਹਿਲੇ ਸੰਗਤਾਂ ਨੇ ਮੈਨੂੰ ਆਦੇਸ਼ ਦਿੱਤਾ ਸੀ ਕਿ ਤੁਸੀਂ ਜ਼ਰੂਰ ਜਾਣਾ ਅੱਜ ਦੀ ਡੇਟ ਉੱਥੇ, ਤੇ ਇੰਟਰਵਿਊ ਜ਼ਰੂਰ ਲੈਣਾ ਭਾਈ ਸਾਹਿਬ ਦਾ, ਕਿਉਂਕਿ ਹੁਣ ਨਾ ਬੜੀ ਸਾਰੀ ਸੰਗਤਾਂ ਦਾ ਰੁਝਾਨ ਆ ਰਿਹਾ ਕਿ ਸਾਨੂੰ ਸੱਚੀ ਸੁੱਚੀ ਸੋਚ ਵਾਲੇ ਲੋਕ ਚਾਹੀਦੇ ਨੇ, ਜੋ ਨਵੀਂ ਪਨੀਰੀ ਨੂੰ ਅੰਮ੍ਰਿਤ ਵਾਲੇ ਬੰਨੇ ਪ੍ਰੇਰਿਤ ਕਰਨ। ਤੇ 10 ਰੁਪਏ ਜੋ ਬੱਚੇ ਪੜ੍ਹਾਉਣੇ ਸੀਗੇ, ਭਾਈ ਸਾਹਿਬ ਨੇ ਕਲੀਅਰ ਕਰਤਾ ਹੈ ਕਿ ਉਹਦੇ 'ਚ ਅਸੀਂ ਕੋਈ ਕੰਪਰਮਾਈਜ਼ ਨਹੀਂ ਕਰਾਂਗੇ, ਜੋ ਕਹਿਤਾ ਉਹ ਕਰਕੇ ਵਿਖਾਵਾਂਗੇ। ਸੋ ਭਾਈ ਸਾਹਿਬ ਜੀ, ਇੱਕ ਸਵਾਲ ਹੋਰ ਆਉਂਦਾ ਹੈ ਕਿ ਜੇ ਇਹ ਜਿੰਨੇ ਵੀ ਪਤਵੰਤੇ ਸੱਜਣ ਅੱਜ ਕੱਲ੍ਹ ਜੋ ਦਲ ਬਦਲ ਰਹੇ ਨੇ, ਜਿਨ੍ਹਾਂ ਨੂੰ ਅਸੀਂ ਦਲ ਬਦਲੂ ਕਹਿ ਸਕਨੇ ਹਾਂ, ਪਹਿਲੇ ਉਹ ਸੀਟਾਂ 'ਤੇ ਬੈਠੇ ਸਨ ਤੇ ਵਿਦਿਨ 3 ਮੰਥਸ ਉਹਨਾਂ ਨੇ ਇਲੈਕਸ਼ਨ ਆਉਣ ਵਾਲੇ ਨੇ ਤੇ ਫਟਾਫਟ ਦਲ ਬਦਲ ਲਿੱਤੇ ਹਨ, ਤੇ ਉਹ ਨਹੀਂ ਆ ਕੇ ਕਹਿ ਰਹੇ ਚੋਰੀ ਕੀਤੀ ਹੈ, ਲੇਕਿਨ ਇਹ ਨਹੀਂ ਦੱਸ ਰਹੇ ਕਿ ਇਹਨਾਂ ਨੇ ਚੋਰੀ ਕਿਸ ਤਰ੍ਹਾਂ ਕੀਤੀ ਹੈ, ਮੂੰਹ ਵੀ ਨਹੀਂ ਖੋਲ ਰਹੇ। ਤੇ ਇਹਦਾ ਕੀ ਕਾਰਨ ਹੋ ਸਕਦਾ ਹੈ ਕਿ ਉਹ ਵੀ ਭਾਗੀਦਾਰ ਹਨ, ਕਿਉਂਕਿ ਦਲ ਉਹਨਾਂ ਦੇ ਚਿਹਰੇ ਤਾਂ ਬੜੇ ਉਹਨਾਂ ਦੇ ਫੇਮਸ ਹਨ, ਜਾਣੀ ਮਾਣੀ ਹਸਤੀਆਂ, ਤੇ ਇਨੋਵਾ ਗੱਡੀਆਂ ਉਹਨਾਂ ਕੋਲ, ਡਰਾਈਵਰ ਉਹਨਾਂ ਕੋਲ, ਕਰੋੜਾਂ ਦੀ ਸੰਪਤੀਆਂ ਉਹਨਾਂ ਕੋਲ, ਕਿਸ ਤਰ੍ਹਾਂ ਬਣੀਆਂ ਉਹ ਸੰਗਤ ਇਸ ਚੀਜ਼ ਦਾ ਜਵਾਬ, ਕਿਉਂਕਿ ਜੱਜ ਜੋ ਹੈ ਸੰਗਤ ਹੈ। ਲੇਕਿਨ ਭਾਈ ਸਾਹਿਬ ਜੀ, ਆਪ ਜੀ ਵਿਚਾਰ ਕੀ ਕਰਦੇ ਹੋ ਇਸ ਬਾਰੇ? ਜਿੱਥੋਂ ਤੱਕ ਦਲ ਬਦਲੂਆਂ ਦਾ ਸਵਾਲ ਹੈ, ਇੱਕ ਦਲ ਬਦਲੂ ਉਹ ਲੋਕ ਨੇ ਜਿਵੇਂ ਕਿ ਉਹਨੇ ਪਹਿਲੀ ਪਾਰਟੀ ਕੀਤੀ ਜੁਆਇਨ, ਉਹਦੇ 'ਚ ਚਲਿਆ ਗਿਆ, ਜੋ ਉਹ ਚਾਹੁੰਦਾ ਸੀ ਉਹਦੇ ਮੁਤਾਬਕ ਉਹਨੂੰ ਮਿਲਿਆ ਨਹੀਂ, ਜਾਂ ਲੋਕ ਭਲਾਈ ਲਈ ਉਹ ਕਾਰਜ ਨਹੀਂ ਹੋਏ, ਜਾਂ ਉੱਥੇ ਵਿਖਾਇਆ ਕੁਝ ਹੋਰ ਜਾ ਰਿਹਾ, ਕੀਤਾ ਕੁਝ ਹੋਰ ਜਾ ਰਿਹਾ। ਉਹ ਚੀਜ਼ਾਂ ਗੁਰਮਤ ਦੇ ਉਲਟ ਸਨ। ਉਹਨੇ ਉਹ ਚੀਜ਼ ਛੱਡ ਕੇ ਪਾਰਟੀ ਉਹ ਦੂਜੀ 'ਚ ਚਲਿਆ ਗਿਆ, ਦੂਜੀ ਵਿੱਚ ਵੀ ਉਹੀ ਕੁਛ ਮਿਲਿਆ, ਉਹ ਤੀਜੀ 'ਚ ਚਲਿਆ ਗਿਆ, ਤੀਜੀ ਵਿੱਚ ਵੀ ਉਹੀ ਕੁਛ ਮਿਲਿਆ, ਉਹ ਘਰੇ ਬੈਠ ਗਿਆ। ਉਹਨੂੰ ਆਪਾਂ ਦਲ ਬਦਲੂ ਨਹੀਂ ਕਹਿ ਸਕਦੇ, ਉਹ ਤਾਂ ਤੁਰਿਆ ਸੀ, ਪੈਰ ਰੱਖਦਾ ਰੱਖਦਾ ਅਖੀਰੀ ਘਰੇ ਬੈਠ ਗਿਆ, ਪਰ ਉਹਨੇ ਉਹ ਸਾਰਿਆਂ ਦਾ ਖਹਿੜਾ ਛੱਡ ਦਿੱਤਾ ਕਿਉਂਕਿ ਬੇਈਮਾਨ ਸਨ। ਦੂਸਰੇ ਦਲ ਬਦਲੂ ਉਹ ਨੇ ਜਿਹੜਾ 1 ਨੰਬਰ ਤੋਂ ਚੱਲ ਕੇ ਤੀਜੇ 'ਚ ਜਾਂਦਾ ਹੈ, ਤੀਜੇ 'ਚੋਂ ਫਿਰ ਦੂਜੇ 'ਚ, ਫਿਰ ਪਹਿਲੇ 'ਚ, ਫਿਰ ਤੀਜੇ 'ਚ, ਫਿਰ ਦੂਜੇ 'ਚ, ਫਿਰ ਪਹਿਲੇ 'ਚ। ਇਹਨੂੰ ਕਵਾਂਗੇ ਚੰਦਾ ਵੀ ਦੇਤੇ हैं मैं खाने में भी जाते हैं, खुदा भी राजी रहे शैतान भी नाराज ना हो। ਵਾਹ ਜੀ ਵਾਹ। ਇਹ ਲੋਕ ਉਹ ਨੇ ਚਾਕਰ ਲੱਗੇ ਚਾਕਰੀ, ਨਾਲੇ ਗਰ ਵਿਵਾਦ, ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ। ਇਮਾਨਦਾਰੀ ਵੀ ਰੱਖਣੀ ਹੈ ਤੇ ਬੇਈਮਾਨੀ ਵੀ ਕਰਨੀ, ਚੋਰੀ ਵੀ ਕਰਨੀ ਹੈ, ਲੰਗਰ ਵੀ ਲਾਉਣੇ, ਝੂਠ ਵੀ ਬੋਲਣਾ, ਸੱਚ ਦੀ ਵਕਾਲਤ ਵੀ ਕਰਨੀ, ਅੰਮ੍ਰਿਤ ਸੰਚਾਰ ਵੀ ਕਰਾਉਣੇ ਆ, ਪਰ ਅੰਮ੍ਰਿਤ ਛਕਣਾ ਵੀ ਨਹੀਂ, ਧਰਮ ਦੀ ਗੱਲ ਵੀ ਕਰਨੀ ਆ ਤੇ ਅਧਰਮੀ ਵੀ ਹਿੱਕ ਠੋਕ ਕੇ ਰਹਿਣਾ। ਪਰਮੇਸ਼ਰ ਗੁਰੂ ਨੂੰ ਮੁਰਸ਼ਿਦ ਵੀ ਕਹਿਣਾ ਤੇ ਹੁਜਤਾਂ ਵੀ ਕਰਨੀਆਂ, ਸ਼ਰਾਬਾਂ ਵੀ ਪੀਣੀਆਂ ਹੈ ਤੇ ਸ਼ਰਾਬ ਬੰਦੀ ਦੀਆਂ ਗੱਲਾਂ ਵੀ ਕਰਨੀਆਂ। ਇਹੋ ਦਲ ਬਦਲੂ ਲੋਕ ਨੇ ਜਿਨ੍ਹਾਂ ਦਾ ਦੀਨ ਦੁਨੀਆ ਤੇ ਕੋਈ ਥਾਂ ਨਹੀਂ, ਨਾ ਇਹਨਾਂ ਨੂੰ ਇੱਥੇ ਕੋਈ ਜਗ੍ਹਾ ਮਿਲਣੀ ਹੈ, ਨਾ ਅੱਗੇ ਮਿਲਣੀ ਹੈ। ਔਰ ਗੁਰੂ ਸਾਹਿਬ ਜੀ ਨੇ ਇਹਨਾਂ ਲੋਕਾਂ ਨੂੰ ਤੀਜੀ ਸ਼੍ਰੇਣੀ 'ਚ ਰੱਖਿਆ ਹੋਇਆ। ਸਾਡੇ ਵਿਦਵਾਨਾਂ ਨੇ ਵੀ 4 ਤਰ੍ਹਾਂ ਦੇ ਸਿੱਖ ਹੁੰਦੇ ਨੇ ਜੀ, ਇਹ ਜਿਹੜੇ ਤੀਜੇ ਨੰਬਰ 'ਤੇ ਆਉਂਦੇ ਨੇ ਦਲ ਬਦਲੂ। ਪਹਿਲੇ ਉਹ ਸੀ ਜਿਹੜੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਦੂਸਰੇ ਉਹ ਸਨ ਜਿਹੜੇ ਲੈਣੇ ਤੋਂ ਨਾਨਕ ਬਣ ਗਏ, ਤੀਜੇ ਰਿਆ ਨੇ ਜਿਨ੍ਹਾਂ ਦਲ ਬਦਲੂਆਂ ਦੀ ਤੁਸੀਂ ਗੱਲ ਕਰਦੇ ਹੋ। ਇਹ ਨਾ ਤੁਹਾਡੇ ਨੇ ਨਾ ਗੁਰੂ ਦੇ ਨੇ, ਖੁਦ ਗਰਜ ਨੇ। ਔਰ ਹਰ ਥਾਂ 'ਤੇ ਇਹਨਾਂ ਨੇ ਆਪਣੀਆਂ ਲੋੜਾਂ, ਚੌਧਰ, ਕੁਰਸੀ, ਪੈਸਾ, ਮੁਫਾਦ ਇਹੀ ਰੱਖਿਆ ਹੈ। ਔਰ ਇਹਨਾਂ ਨਾਲ ਪਾਪਾਂ ਦੀ ਪੰਡ ਲੈ ਕੇ ਜਾਣੀ। ਜਿੱਦਣ ਇਹ ਆਏ ਸੀਗੇ ਉਦਣ ਤਾਂ ਇਹ ਕੋਈ ਮਾਇਨੇ ਨਹੀਂ ਰੱਖਦਾ, ਪਰ ਜਿੱਦਣ ਇਹਨਾਂ ਨੇ ਜਾਣਾ ਹੈ, ਗੁਨਾਹ, ਕਾਲਖ, ਪਾਪਾਂ ਦੀ ਪੰਡ, ਔਰ ਜਿਹੜੇ ਇਹਨਾਂ ਦੇ ਨਾਲ ਹੋਣਗੇ ਉਹ ਵੀ ਲੈ ਕੇ ਜਾਣਗੇ। ਗੁਰੂ ਜਿਨ੍ਹਾਂ ਕਾ ਅੰਦੁਲਾ ਸਿੱਖ ਪੀ ਅੰਦੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੁਲੇਨ, ਕੂੜ ਕੁਸਤ ਕੁਮਾਵਦੇ ਪਰ ਨਿੰਦਾ ਸਦਾ ਕਰੇਨ, ਉਹ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੁਬੇਨ। ਇਹ ਡੁੱਬੇ ਹੋਏ ਲੋਕਾਂ ਨੂੰ
ਵੇਖ ਕੇ ਆਪਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਹ ਕਾਲੇ ਕੋਲੇ ਨੇ, ਠੰਡੇ ਵੀ ਮਾੜੇ ਨੇ ਤੇ ਤੱਤੇ ਵੀ ਮਾੜੇ ਨੇ। ਇਹਨਾਂ ਦੀ ਦੁਸ਼ਮਣੀ ਵੀ ਮਾੜੀ ਤੇ ਇਹਨਾਂ ਦੀ ਦੋਸਤੀ ਵੀ ਮਾੜੀ। ਇਸ ਲਈ ਗੁਰੂ ਸਾਹਿਬ ਨੇ ਇਹਨਾਂ ਲੋਕਾਂ ਤੋਂ ਸੁਚੇਤ ਰੱਖਿਆ ਵੀ ਮਨ ਮੁੱਖਾਂ ਨਾਲੋਂ ਟੁੱਟੀ ਭਲੀ। ਦਲ ਬਦਲੂ ਲੋਕਾਂ ਤੋਂ ਸੰਗਤ ਜੀ ਬਚ ਕੇ ਰਿਓ। ਇਹ ਚੋਰ ਮਛੇਰੇ ਭਾਈ ਨੇ। ਤੁਹਾਡਾ ਨੁਕਸਾਨ ਇਹਨਾਂ ਪਹਿਲਾਂ ਵੀ ਕੀਤਾ ਸੀ, ਹੁਣ ਮਗਰ ਫਿਰ ਜਾਓਗੇ ਤਾਂ ਨੁਕਸਾਨ ਤੁਹਾਡਾ ਹੀ ਹੋਣਾ ਹੈ। ਕਿਉਂਕਿ ਜੇ ਅਸੀਂ ਕੱਲ੍ਹ ਤੱਕ ਸਾਹਿਬ ਨੂੰ ਵੀ ਵੇਖਦੇ ਹਾਂ ਤੇ ਦਲ ਬਦਲੂ ਲੋਕ ਜਿਹੜੇ ਸੀ ਕਦੇ ਜਥੇਦਾਰ ਬਣ ਕੇ ਆਏ, ਉਹਨਾਂ ਆਪਣੇ ਘਰ ਭਰ ਲਏ। ਬਾਦਲਾਂ ਨੇ ਸਿਆਸੀ ਲਾਹੇ ਲੈ ਲਏ। ਨੁਕਸਾਨ ਕਿਹਦਾ ਹੋਇਆ? ਅਕਾਲ ਤਖਤ ਸਾਹਿਬ ਦਾ। ਨੁਕਸਾਨ ਜਥੇਦਾਰ ਅਹੁਦੇ ਦਾ ਹੋਇਆ। ਉਹ ਜਿਹੜੀ ਸਾਡੀ ਤਾਕਤ ਸੀ ਉਹ ਡੈਮੇਜ ਹੋ ਗਈ, ਬਿਲਕੁਲ ਖਤਮ ਕਰ ਦਿੱਤੀ। ਔਰ ਅੱਜ ਕਦੇ ਅਸੀਂ ਕਹਿੰਦੇ ਹਾਂ ਜਥੇਦਾਰ ਜੀ ਆਏ ਆ, ਸਾਹ ਰੋਕ ਕੇ ਸੁਣਦੇ ਸਾਂ, ਹੁਣ ਕਹਿੰਦੇ ਜਥੇਦਾਰਾ ਬੋਲੀ ਸੀ ਤੇਰਾ ਸਾਹ ਬੰਦ ਕਰਕੇ ਰੱਖ ਦਿਆਂਗੇ। ਇਹ ਨੌਬਤ ਜਿਹੜੀ ਆਈ ਆ ਇਹ ਦਲ ਬਦਲੂਆਂ ਕਰਕੇ ਹੀ ਆਈ ਆ। ਇਸ ਲਈ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਦਾ ਤਾਂ ਕੰਮ ਹੀ ਇਹ ਆ, ਪਰ ਆਪਾਂ ਦਲ ਬਦਲੂਆਂ ਨੂੰ ਛੱਡ ਕੇ ਜਿਹੜਾ ਸਾਡਾ ਇੱਕੋ ਹੀ ਦਲ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਆਪਾਂ ਉੱਥੇ ਜ਼ਰੂਰ ਖੜ ਜਾਈਏ। ਇਹ ਦਲ ਬਦਲੂਆਂ ਦਾ ਉਦਣ ਭੋਗ ਪੈ ਜਾਏਗਾ ਜਿੱਦਣ ਤੁਸੀਂ ਆਪਣੇ ਦਲ ਨੂੰ ਪੱਕਾ ਕਰ ਲਿਆ। ਲੇਕਿਨ ਭਾਈ ਸਾਹਿਬ ਜੀ, ਪੈਰ ਵਿੱਚ ਵੜਿਆ ਕੱਚ ਤੇ ਸਾਹਮਣੇ ਆਇਆ ਸੱਚ ਦੁੱਖ ਬੜਾ ਦਿੰਦਾ ਹੈ। ਸੋ ਇਹਨਾਂ ਦਲ ਬਦਲੂਆਂ ਨੇ ਨਾ ਸੰਗਤਾਂ ਨੂੰ ਦਲਦਲ ਵਿੱਚ ਫਸਾਤਾ ਹੈ। ਇਹ ਤਾਂ ਕੋੜਾ ਸੱਚ ਹੈ। ਤੇ ਅਸੀਂ ਹੁਣ ਸੰਗਤਾਂ ਨੂੰ ਦਲਦਲ ਚੋਂ ਕੱਢਾਂਗੇ ਕਿਸ ਤਰ੍ਹਾਂ? ਇਸੇ ਲਈ ਤੁਹਾਨੂੰ ਕਹਿ ਰਿਹਾ ਕਿ ਸਿੱਖ ਸਦਭਾਵਨਾ ਦਲ ਵੱਲੋਂ 2016 ਦੇ ਵਿੱਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਕੀਤੀ। ਇਹ ਉਹੀ ਲਹਿਰ ਆ ਜਿਹੜੀ ਸ਼ਹੀਦ ਭਾਈ ਲਛਮਣ ਸਿੰਘ ਸਾਕਾ ਨਨਕਾਣਾ ਸਾਹਿਬ ਵਾਲਿਆਂ ਨੇ ਸ਼ੁਰੂ ਕੀਤੀ। 21 ਫਰਵਰੀ ਨੂੰ 100 ਸਾਲ ਹੋ ਜਾਣਾ ਹੈ। ਆ ਹੁਣ ਜਿਹੜੀ 21 ਫਰਵਰੀ ਆ ਰਹੀ ਹੈ 2021, 21 ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ ਦਾ ਜਿਹੜਾ ਵਾਪਰਿਆ ਸੀ ਕਾਂਡ, ਨਰੈਣੂ ਮਹੰਤਾਂ ਦਾ ਸਫਾਇਆ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹਾਲ ਕੀਤੀ। ਸਾਡੇ ਗੁਰਸਿੱਖਾਂ ਨੇ ਉਹਨਾਂ ਦੀ ਮੜੀ ਤੇ ਖਲੋ ਕੇ ਇੱਕ ਪ੍ਰਣ ਕੀਤਾ ਸੀ, ਅੱਜ ਤੋਂ ਬਾਅਦ ਨਰੈਣੂ ਮਹੰਤ ਗੁਰਦੁਆਰਿਆਂ 'ਚ ਵੜਨ ਨਹੀਂ ਦਿਆਂਗੇ। ਅਫਸੋਸ ਸਿਲੈਕਸ਼ਨ ਵਾਲੇ ਲੋਕ ਇਲੈਕਸ਼ਨ ਸਿਸਟਮ 'ਚ ਫਸੇ, ਇਲੈਕਸ਼ਨ ਸਿਸਟਮ ਤੋਂ ਪਾਸਾ ਵਟਿਆ। ਸਿਆਸੀ ਲੋਕ ਗੁਰਦੁਆਰੇ ਦੀ ਇਲੈਕਸ਼ਨ 'ਚ ਵੜ ਕੇ ਪੰਥਕ ਬਣ ਕੇ ਬਹਿ ਗਏ। ਅਸੀਂ ਸਿਆਸੀ ਲੋਕਾਂ ਨੂੰ ਪੰਥਕ ਮੰਨ ਕੇ ਅੱਜ ਪੰਥਕ ਵੋਟ ਸਿਆਸਤ ਨੂੰ ਪਾਉਣੀ ਸ਼ੁਰੂ ਕਰ ਦਿੱਤੀ, ਜਿਹਦੇ ਕਰਕੇ ਸਾਡਾ ਇਹ ਸਾਰਾ ਕੁਝ ਹੋਇਆ। ਤੇ ਸਿੱਖ ਸਦਭਾਵਨਾ ਦਲ ਅਪੀਲ ਕਰਦਾ ਹੈ, ਸੰਗਤ ਜੀ ਆਓ। ਸਿੱਖ ਸਦਭਾਵਨਾ ਦਲ ਬਦਲੂ ਨਹੀਂ ਆ। ਇਹ ਦਲ ਹੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੈਦਾ ਕੀਤਾ, ਉਹਦੀ ਬੁੱਕਲ 'ਚੋਂ ਨਿਕਲਿਆ। ਸਿੱਖ ਸੰਗਤ ਇਸ ਪਲੇਟਫਾਰਮ 'ਤੇ ਇਕੱਠੀ ਹੋਵੇ ਤਾਂ ਜੋ ਇਹਨਾਂ ਦਲ ਬਦਲੂਆਂ ਦਾ ਭੋਗ ਪਾ ਕੇ 100 ਸਾਲ ਪੁਰਾਣਾ ਇਤਿਹਾਸ ਮੁੜ ਸਿਰਜਿਆ ਜਾਏ ਕਿ ਇਹ ਜਿਹੜੇ ਸਰਕਾਰਾਂ ਦੇ ਨਾਲ ਮਿਲ ਮਿਲਾ ਕੇ ਇੱਥੇ ਤੱਕ ਆਉਂਦੇ ਨੇ। 100 ਸਾਲ ਪਹਿਲਾਂ ਮਹੰਤ ਕੱਢਿਆ ਸੀ, ਅੱਜ ਇਹ ਮਹੰਤ ਜਿਹੜੇ ਨੇ 21 ਫਰਵਰੀ 100 ਸਾਲੇ 'ਤੇ ਪ੍ਰਣ ਕਰੋ ਤਾਂ ਜੋ ਆਪਾਂ ਇਹਨਾਂ ਦਾ ਫਿਰ ਸਫਾਇਆ ਕਰਕੇ ਅਸੀਂ ਗੁਰੂ ਪੰਥ ਦਾ ਜਿਹੜਾ ਦਲ ਹੈ ਉਹਨੂੰ ਬਹਾਲ ਕਰ ਸਕੀਏ। ਭਾਈ ਸਾਹਿਬ ਜੀ, ਇੱਕ ਬੇਨਤੀ ਹੋਰ ਹੈ ਕਿ ਇਹਨਾਂ ਪਤਵੰਤੇ ਸੱਜਣਾ ਨੇ ਨਾ, ਮੈਂ ਬਾਰ-ਬਾਰ ਪਤਵੰਤੇ ਸੱਜਣ ਕਹਿ ਰਿਹਾ ਕਿਉਂਕਿ ਮੇਰਾ ਮਨ ਨਹੀਂ ਕਰਦਾ ਕੋਈ ਅਪਸ਼ਬਦ ਕਹਿਣ ਨੂੰ। ਅਸੀਂ ਨੈਸ਼ਨਲ ਟੀਵੀ 'ਤੇ ਵੀ ਬੈਠੇ ਹੋਏ ਹਾਂ ਔਰ ਇਹ ਬੜੀ ਦੂਰ ਤੱਕ ਵੀਡੀਓ ਜਾਏਗੀ, ਲੇਕਿਨ ਮਨ 'ਚ ਦਰਦ ਹੈ। ਇੱਥੇ ਸਾਰੇ ਪੰਥ ਦਰਦੀ ਬੈਠੇ ਨੇ, ਸੈਂਕੜਿਆਂ ਦੀ ਗਿਣਤੀ ਵਿੱਚ ਬੈਠੇ ਹੋਏ ਨੇ। ਸੋ ਅਸੀਂ ਇਹਨਾਂ ਨੂੰ ਪਤਵੰਤੇ ਸੱਜਣ ਹੀ ਕਹਿ ਦਿੰਦੇ ਹਾਂ ਕਿਉਂਕਿ ਵੋਟਾਂ ਵੀ ਤਾਂ ਸੰਗਤਾਂ ਨਹੀਂ ਪਾਈਆਂ ਸੀਗੀਆਂ, ਭਾਵੇਂ ਉਹ ਝਾਂਸੇ ਸੀਗੇ ਜਾਂ ਜੋ ਵੀ ਸੀ। ਭਾਈ ਸਾਹਿਬ ਜੀ, ਜੋ ਅੱਗ ਲੱਗ ਚੁੱਕੀ ਹੈ ਔਰ ਪੰਥ ਦਾ ਇਸ ਅੱਗ ਵਿੱਚ ਨੁਕਸਾਨ ਵੀ ਬੜਾ ਹੋ ਗਿਆ। ਹੁਣ ਜੋ ਤਕਰੀਬਨ 30% ਦੇ ਆਸ-ਪਾਸ ਤੁਸੀਂ ਇਹ ਸਮਝ ਲਓ ਕਿ ਖਜ਼ਾਨਾ ਸੜ ਵੀ ਗਿਆ। ਮੇਰੀ ਮਾਫੀ ਦੇਣਾ ਮੈਨੂੰ, ਇਹਨਾਂ ਪਤਵੰਤੇ ਸੱਜਣਾ ਦੇ ਕਾਰਨ। ਤੇ ਹੁਣ ਜੋ 70% ਸਾਡੇ ਕੋਲ ਖਜ਼ਾਨਾ ਬਚਿਆ ਤੇ ਅਸੀਂ ਉਹ ਕਿੱਦਾਂ ਬਚਾਵਾਂਗੇ? ਕਿਉਂਕਿ ਸਿਆਸੀ ਅਖਾੜਿਆਂ ਵਿੱਚ 3 ਤੋਂ 4 ਪਾਰਟੀਆਂ ਹੋਰ ਅਜੇ ਆ ਰਹੀਆਂ ਹਨ, ਆਪਣੀ ਆਪਣੀ ਵਿਚਾਰਧਾਰਾ ਲੈ ਕੇ, 2000 ਰੁਪਏ ਲੈ ਕੇ, ਸ਼ਰਾਬ ਦੀ ਬੋਤਲ ਲੈ ਕੇ, ਕੰਬਲ ਲੈ ਕੇ, ਵਾਸ਼ਿੰਗ ਮਸ਼ੀਨ ਲੈ ਕੇ, ਆਈਫੋਨ ਲੈ ਕੇ, ਲੈਪਟਾਪ ਲੈ ਕੇ। ਤੇ ਅਸੀਂ ਉਹ ਸੰਗਤਾਂ ਨੂੰ ਕਿੱਦਾਂ ਜਾਗਰੂਕ ਕਰੀਏ? ਉਹ ਤੁਹਾਡੇ ਕੋਲ ਬੜਾ ਵਧੀਆ ਜ਼ਰੀਆ ਹੈ ਜੀ। ਅੱਜ ਤਾਂ ਸੋਸ਼ਲ ਮੀਡੀਆ ਹੈ, ਤੁਹਾਡੇ ਕੋਲ ਡਿਜੀਟਲ ਕਈ ਕੁਛ ਆ ਗਿਆ। ਆਪਾਂ
ਵਟਸਐਪ ਰਾਹੀਂ, ਫੇਸਬੁੱਕ ਰਾਹੀਂ, ਚੈਨਲਾਂ ਰਾਹੀਂ, ਅਖਬਾਰਾਂ ਰਾਹੀਂ ਸੰਗਤ ਨੂੰ ਸੁਚੇਤ ਕਰੀਏ ਕਿ ਸੰਗਤ ਜੀ ਗੁਰਦੁਆਰਾ ਸਿਸਟਮ ਧਾਰਮਿਕ ਹੈ, ਸਿਆਸੀ ਨਹੀਂ। ਪਹਿਲਾਂ ਸਿਆਸੀ ਲੋਕਾਂ ਨਾਲ ਮਿਲ ਕੇ ਇੱਥੇ 3 ਧਿਰਾਂ ਨੇ ਆ ਕੇ ਖੌਰੂ ਪਾਇਆ। ਉਸ ਖੌਰੂ ਨੇ ਤੁਹਾਡਾ ਵੱਡੇ ਪੱਧਰ 'ਤੇ ਮਰਜ਼ਾਦਾ ਦਾ, ਗੋਲਕ ਦਾ, ਸਿਧਾਂਤਾਂ ਦਾ, ਐਜੂਕੇਸ਼ਨ ਦਾ, ਮੈਡੀਕਲ ਦਾ, ਇਮਾਰਤਾਂ ਦਾ, ਵਿਰਾਸਤਾਂ ਦਾ, ਕਾਰ ਸੇਵਾ ਰਾਹੀਂ ਹੋਰ ਕਈ ਕੁਛ ਕਰਕੇ ਵੱਡਾ ਨੁਕਸਾਨ ਕੀਤਾ, ਜਿਹਦੀ ਭਰਪਾਈ ਨਹੀਂ ਹੋ ਸਕਦੀ। ਪਰ ਜਿਹੜਾ ਬਚਿਆ ਹੈ ਉਹਨੂੰ ਬਚਾਉਣ ਵਾਸਤੇ ਅੱਜ ਮੈਂ ਫਿਰ ਬੇਨਤੀ ਕਰਦਾ ਹਾਂ, ਸਾਡੇ ਕੋਲ ਇੱਕੋ ਹੀ ਹੱਲ ਰਹਿ ਗਿਆ, ਗੁਰਦੁਆਰਾ ਇਲੈਕਸ਼ਨਸ ਉਹਦਾ ਹਿੱਸਾ ਬਣਨਾ। ਹਰ ਸਿੱਖ ਜਿਹੜਾ ਹੈ ਉਹ ਸੁਚੇਤ ਹੋਵੇ ਵੀ ਗੁਰਦੁਆਰੇ ਦੀ ਵੋਟ ਜਿਹੜੀ ਮੈਂ ਪਾਉਣ ਚੱਲਿਆ ਆ, ਤੁਹਾਡੀ ਵੋਟ ਤੁਹਾਡੀ ਆਵਾਜ਼ ਹੈ। ਇਹ ਤੁਸੀਂ ਅਸੀਂ ਕਈ ਵਾਰੀ ਸੋਚਦੇ ਮੇਰੀ ਵੋਟ ਨਾ ਕੱਲੀ ਨਾ ਕੀ ਹੋਊ। ਮੈਂ ਬੇਨਤੀ ਕਰਾਂ, ਤੁਹਾਡੀ ਕੱਲੀ ਵੋਟ ਪਾਸਾ ਪਲਟ ਕੇ ਰੱਖ ਸਕਦੀ ਹੈ। ਤੁਹਾਡਾ ਭਵਿੱਖ ਵੀ ਤੁਹਾਡੀ ਵੋਟ ਹੈ, ਤੁਹਾਡਾ ਹੱਲ ਵੀ ਤੁਹਾਡੀ ਵੋਟ ਹੈ। ਅੱਜ ਅਸੀਂ ਉਹ ਵੋਟਿੰਗ ਸਿਸਟਮ 'ਚ ਫਸ ਚੁੱਕੇ ਹਾਂ, ਇਸ ਲਈ ਸਾਡੇ ਕੋਲ ਹੱਲ ਉਹੀ ਰਹਿ ਗਿਆ ਹੈ। ਅਤੇ ਉਹ ਦਿੱਲੀ ਦੇ ਸੂਝਵਾਨ ਸਿੱਖਾਂ ਨੇ 2017 'ਚ ਜਦੋਂ ਇਲੈਕਸ਼ਨ ਲੜੀ, ਸਾਡੇ ਸਾਹਮਣੇ 3-4 ਪਾਰਟੀਆਂ ਸਿਆਸੀ ਨੇ, ਅਸੀਂ ਇਕੱਲੇ ਧਾਰਮਿਕ ਹਾਂ। ਔਰ ਦਿੱਲੀ ਦੇ ਸੂਝਵਾਨ ਸਿੱਖਾਂ ਨੇ ਜਿੱਥੇ 33% ਟੋਟਲ ਵੋਟ ਭੁਗਤਦੇ ਨੇ, ਉੱਥੇ 8.5% ਵੋਟ ਸਾਨੂੰ ਗੁਰੂ ਕੇ ਸਿੱਖਾਂ ਨੇ ਉੱਥੇ ਜਾ ਕੇ ਵੋਟਾਂ ਪਾਈਆਂ। 7 ਬੰਦੇ ਦੂਸਰੇ ਨੰਬਰ 'ਤੇ ਵੀ ਆਏ। ਅਤੇ ਜੇ ਉਹ 8.5% ਸਾਡੀ 15-20 ਦਿਨ ਦੀ ਤਿਆਰੀ ਦੇ ਵਿੱਚ ਸੰਗਤ ਇੰਨਾ ਵੱਡਾ ਹੁੰਗਾਰਾ ਭਰ ਸਕਦੀ ਹੈ, ਅੱਜ ਸਾਡੇ ਕੋਲ ਟਾਈਮ ਹੈਗਾ ਹੈ, ਸਮਾਂ ਹੈਗਾ ਹੈ। ਸੰਗਤ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਤਕੜੇ ਹੋ ਕੇ ਸਾਥ ਦਿਓ। ਉਦੋਂ 8.5% ਸੀ, ਅੱਜ 33% ਬਣਾ ਦਿਓ। ਅੱਜ ਤੁਸੀਂ ਉਹਨੂੰ ਬਦਲ ਲਓ। ਅੱਜ ਹੀ ਤੁਹਾਡਾ ਜਿਹੜਾ ਜਿੰਨਾ ਸਿਸਟਮ ਵਿਗੜਿਆ ਹੋਇਆ ਵਾ, ਇਹ ਆਪਾਂ ਇਹਨੂੰ ਠੀਕ ਕਰਨਾ ਕੋਈ ਬਹੁਤਾ ਸਮਾਂ ਨਹੀਂ ਲੱਗਦਾ, ਕਿਉਂਕਿ ਜਿਵੇਂ ਹਜ਼ਾਰਾਂ ਵਰ੍ਹਿਆਂ ਦੀ ਹਨੇਰੀ ਨੂੰ ਇੱਕ ਖਿੰਨ ਦੇ ਵਿੱਚ ਕੋਈ ਚਾਨਣ ਜਿਹੜਾ ਉਹਨੂੰ ਚਾਨਣ 'ਚ ਬਦਲ ਦਿੰਦਾ ਹੈ ਨਾ, ਤਿਵੇਂ ਕਈ ਵਰ੍ਹਿਆਂ ਦਾ ਵਿਛੋੜਾ ਜਿਹੜਾ ਜਦੋਂ ਮਿਲਣੀ ਹੁੰਦੀ ਹੈ ਤਾਂ ਸਾਰਾ ਕੁਝ ਭੁੱਲ ਜਾਇਆ ਕਰਦਾ। ਇਸੇ ਤਰ੍ਹਾਂ ਇਹ ਗੁਰੂ ਗਿਆਨ ਦਾ ਚਾਨਣ ਜਿਹੜਾ ਚਿੰਤਨ ਚਾਨਣ ਦੀ ਗੱਲ ਕਰਦੇ ਆ, ਤੁਸੀਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਇਹਨਾਂ ਨੇ ਜਿਹੜਾ ਵਿਗਾੜ ਦਿੱਤਾ ਉਹ ਤਾਂ ਵਿਗਾੜ ਦਿੱਤਾ, ਜਿਹੜਾ ਬਚਿਆ ਹੈ ਉਹਦੇ ਬਚਾਓ ਲਈ ਸਾਡੇ ਕੋਲ ਇੱਕੋ ਹੀ ਹੱਲ ਹੈ, ਵੋਟ। ਔਰ ਘਰ ਘਰ ਦੇ ਵਿੱਚ ਬੇਨਤੀ ਕਰਦੇ ਹੋ। ਮੈਂ ਤੁਹਾਨੂੰ ਵੀਰਾਂ ਨੂੰ ਬੇਨਤੀ ਕਰਦਾ, ਰੱਬ ਦੇ ਰੇਡੀਓ ਤੁਸੀਂ ਜਿਹੜੀ ਆਵਾਜ਼ ਦੇ ਰਹੇ ਹੋ, ਵੀ ਇਹ ਘਰ ਘਰ ਆਵਾਜ਼ ਪਹੁੰਚਾ ਦਿਓ ਕਿ ਗੁਰਦੁਆਰੇ ਦੀ ਵੋਟ ਹੁਣ ਜਿਹੜੀ 2021 'ਚ ਹੋਣੀ ਹੈ, ਸਿਆਸੀ ਪਾਰਟੀਆਂ ਨੂੰ ਛੱਡ ਕੇ ਨਿਰੋਲ ਅਸੀਂ ਧਾਰਮਿਕ ਹਾਂ। ਔਰ ਦਾਅਵਾ ਵੀ ਕਰਦੇ ਅਸੀਂ ਵਾਕਈ ਧਾਰਮਿਕ ਹਾਂ, ਸਾਡੇ 'ਤੇ ਕਿਸੇ ਦਾ ਕੋਈ ਲੇਵਲ ਨਹੀਂ, ਨਾ ਅਸੀਂ ਕਿਸੇ ਦੀ ਬੁੱਕਲ 'ਚੋਂ ਨਿਕਲੇ ਹੋਏ ਹਾਂ, ਨਾ ਕੋਈ ਸਾਡਾ ਕਿਸੇ ਕਿਸਮ ਦਾ ਕੋਈ, ਜੇ ਕਿਸੇ ਕੋਲ ਪ੍ਰੂਫ ਵੀ ਹੈ ਤਾਂ ਦੱਸੇ, ਸਾਹਮਣੇ ਆਵੇ, ਸਾਨੂੰ ਚੈਲੰਜ ਕਰੇ ਕਿ ਅਸੀਂ ਧਾਰਮਿਕ ਸੀ ਹਾਂ ਤੇ ਰਵਾਂਗੇ। ਧਾਰਮਿਕ ਤੌਰ 'ਤੇ ਸਾਡੀ ਸਪੋਰਟ ਕਰੋ। ਆਹ ਜਿਹੜੀ ਬਿਮਾਰੀ ਆ ਇਹ ਦੂਰ ਹੋਊ, ਔਰ ਜਿਹੜਾ ਬਚਿਆ ਆ ਉਹਦੇ 'ਚ ਵਾਧਾ ਵੀ ਹੋਊ। ਪੁੱਤ ਸਪੁੱਤ ਕਰੇਨ, ਉਹ ਮਹਾਰਾਜ ਜੀ ਨੇ ਸਾਨੂੰ ਤਾਕਤ ਦਿੱਤੀ ਹੋਈ ਹੈ। ਜੇ ਬਾਬਾ ਜੱਸਾ ਸਿੰਘ ਆਹਲੂਵਾਲੀਏ ਆ ਕੇ ਦਿੱਲੀ ਦੇ ਗੁਰਦੁਆਰੇ ਬਣਾ ਸਕਦੇ ਨੇ, ਬਾਬਾ ਬਘੇਲ ਸਿੰਘ ਹੋਣੀ, ਤੇ ਅੱਜ ਅਸੀਂ ਬਣਿਆਂ ਨੂੰ ਵੀ ਬਚਾ ਕੇ ਸੰਭਾਲ ਸੇਵਾ ਕਰਕੇ ਆਉਣ ਵਾਲੀਆਂ ਜਨਰੇਸ਼ਨਾਂ ਨਹੀਂ ਰੱਖ ਸਕਦੇ। ਸੋ ਸੰਗਤ ਜੀ, ਇੱਕ ਸ਼ਾਇਰ ਦੀ 2 ਲਾਈਨਾਂ ਯਾਦ ਆਉਂਦੀਆਂ ਕਿ ਬਹੁਤ ਛਾਲੇ ਥੇ ਉਨਕੇ ਪੈरों पर, ਬਹੁਤ ਛਾਲੇ ਥੇ ਉਨਕੇ ਪੈरों पर, ਸ਼ਾਇਦ ਅਸੂਲੋਂ ਪਰ ਚੱਲੇ ਹੋਣਗੇ। ਸੋ ਗੁਰੂ ਸਾਹਿਬ ਦੀ ਭੈ ਭਾਵਨੀ 'ਚ ਰਹਿਣ ਵਾਲੇ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਵਡਾਲਾ ਜੀ ਨਤਮਸਤਕ ਹੋ ਕੇ ਬੇਨਤੀਆਂ ਕਰ ਰਹੇ ਹਨ, ਅਰਜ਼ੋਈਆਂ ਕਰ ਰਹੇ ਹਨ, ਝੋਲੀਆਂ ਅੱਡ ਰਹੇ ਹਨ ਕਿ ਇਸ ਵਾਰ ਸਿੱਖ ਸਦਭਾਵਨਾ ਦਲ ਨੂੰ ਆਪ ਜੀ ਵੋਟਾਂ ਪਾਓ, ਆਪ ਜੀ ਆਪਣੀ ਵੋਟ ਦੀ ਤਾਕਤ ਨੂੰ ਸਮਝੋ, ਸੱਚੀ ਸੁੱਚੀ ਨੀਅਤ ਤੇ ਨੀਤੀ ਲੈ ਕੇ ਆਓ, ਸਿਆਸੀ ਲੋਕਾਂ ਨੂੰ ਬਾਹਰ ਛੱਡੋ, ਸਿੱਖ ਨੀਤੀ ਅਪਣਾਓ, ਤਾਂ ਹੀ ਸਾਡੀ ਕੌਮ ਦਾ ਭਲਾ ਹੋ ਸਕਦਾ ਹੈ। ਜੋ ਵਾਇਰਸ ਹੈ ਨਾ ਕਰਪਸ਼ਨ ਦਾ, ਜੇ ਸੰਗਤ ਜੀ ਜੇ ਅਸੀਂ ਗੱਲ ਕਰੀਏ ਨਾ ਕਰੋਨਾ ਦੇ ਟਾਈਮ ਦੇ ਵਿੱਚ ਨਾ, ਮਤਲਬ ਇੰਨੀ ਕਹਿਰ ਹੋ ਚੁੱਕੀ ਸੀ, ਕੋਈ ਘਰੋਂ ਨਹੀਂ ਨਿਕਲਦਾ ਸੀਗਾ। ਘਰੋਂ ਸਿਰਫ 2 ਹੀ ਲੋਕੀ ਨਿਕਲਦੇ ਸੀਗੇ। ਕੌਣ? ਇੱਕ ਉਹ ਸਰਦਾਰ ਜਿਹਨੇ ਲੰਗਰ ਵੰਡਣਾ ਸੀ ਤੇ ਇੱਕ ਉਹ ਸਰਦਾਰ ਜਿਹਨੇ ਸੈਨੀਟਾਈਜ਼ਰ ਕਰਨਾ ਸੀ।
ਹੋਰ ਇਹ ਕਈ ਸਾਰੀ ਵੀਡੀਓ ਵੀ ਆਈਆਂ ਭਾਵੇਂ ਨੈਸ਼ਨਲ ਨਿਊਜ਼ ਵਾਲਾ ਦੱਸੇ ਜਾਂ ਨਾ ਦੱਸੇ, ਲੇਕਿਨ ਵਰਲਡ ਲੈਵਲ ਦੇ ਉੱਤੇ 10 ਵੀ ਭਾਈ ਸਾਹਿਬ ਜੀ ਨਾਲ ਜੁੜ ਕੇ ਸੈਨੀਟਾਈਜ਼ਰ ਵਾਸਤੇ ਸਵੇਰੇ 8 ਵਜੇ ਸਾਡੀ ਟੀਮ ਨਿਕਲਦੀ ਸੀ, ਰਾਤੀ 10 ਵਜੇ ਭੁੱਖੇ ਭਾਣੇ ਅਸੀਂ ਵਾਪਸ ਆਉਂਦੇ ਸੀ, ਕਿਉਂਕਿ ਉਸ ਟਾਈਮ ਬਾਹਰੋਂ ਕੁਝ ਖਾਣਾ ਪੀਣਾ ਵੀ ਤੋਬਾ ਲੱਗਦਾ ਸੀ। ਤੋ ਸੰਗਤ ਜੀ ਇੰਨਾ ਭਾਰੀ ਕਹਿਰ ਭਾਵੇਂ ਉਹ ਚਾਈਨਾ ਨੇ ਛੱਡਿਆ ਸੀ ਜਾਂ ਜੋ ਵੀ ਸੀ, ਅਸੀਂ ਉਸ ਪਾਸੇ ਨਹੀਂ ਜਾਣਾ, ਲੇਕਿਨ ਕਰੋਨਾ ਨਾਂ ਦਾ ਵਾਇਰਸ ਇੰਨਾ ਖਤਰਨਾਕ ਸੀ ਕਿ ਸਰਕਾਰਾਂ ਵੀ ਦਰਵਾਜ਼ੇ ਬੰਦ ਕਰਕੇ ਲਵਾਰਸ ਛੱਡ ਕੇ ਜਨਤਾ ਨੂੰ, ਸੰਗਤਾਂ ਨੂੰ ਛੱਡਤੀਆਂ ਸੀ। ਔਰ ਉਸ ਵੇਲੇ ਜੇ ਬੁਰਾ ਨਾ ਮਨਾਇਓ ਤੇ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪਤਵੰਤੇ ਸੱਜਣ ਜਿਹੜੇ ਕਿ ਤਾਹਾਂ ਮਾਰ ਕੇ ਛਾਤੀਆਂ ਠੋਕ ਕੇ ਕਹਿੰਦੇ ਸਨ ਕਿ ਅਸੀਂ ਸੰਗਤਾਂ ਦੇ ਨਾਲ ਆ, ਉਹ ਵੀ ਪਤਾ ਨਹੀਂ ਕਿੱਥੇ ਛੁਪ ਗਏ ਸੀਗੇ, ਜਾਂ ਐਵੇਂ ਕਹਿ ਲਓ ਕਿ ਹਾਈਡ ਐਂਡ ਸੀਕ ਖੇਡਣਾ ਸ਼ੁਰੂ ਕਰਤਾ ਸੀ ਉਹਨਾਂ ਨੇ। ਫੋਨ ਕਰਦੇ ਸੀ, ਕੋਈ ਨਹੀਂ ਚੁੱਕਦੇ ਸੀਗੇ ਫੋਨ। ਸੋ ਸੰਗਤ ਜੀ ਇੰਨੇ ਵੱਡੇ, ਹੁਣ ਮੈਂ ਜੋ ਮੇਨ ਮੁੱਦੇ ਤੇ ਆਵਾਂ ਕਿ ਐਡੇ ਵੱਡੇ ਕਰੋਨਾ ਜਿਹਦਾ ਕਿ ਕੋਈ ਇਲਾਜ ਨਹੀਂ ਸੀ, ਉਹਦਾ ਇਲਾਜ ਕੀ ਕੱਢਿਆ? ਸੋਡੀਅਮ ਹਾਈਪੋਕਲੋਰਾਈਡ। ਇਹ ਇੱਕ ਐਵੇਂ ਜਿਹਾ ਕੈਮੀਕਲ ਸੀ ਕਿ ਜਿਸ ਜਗ੍ਹਾ ਤੇ ਉਹ ਪੈ ਜਾਂਦਾ ਸੀ ਨਾ ਤੇ ਉਧਰੋਂ ਦੀ ਉਹ ਜਗ੍ਹਾ ਡਿਸਇਨਫੈਕਟਡ ਹੋ ਜਾਂਦੀ ਸੀਗੀ, ਯਾਨੀ ਕਿ ਉਧਰੋਂ ਕਰੋਨਾ ਇਮੀਡੀਏਟ ਖਤਮ ਹੋ ਜਾਂਦਾ ਸੀਗਾ। ਤੇ ਅਸੀਂ ਵੀ ਸੈਨੀਟਾਈਜ਼ਰ ਦੀ ਟੈਂਕੀਆਂ ਖਰੀਦੀਆਂ 5-6 ਤੇ ਭਾਈ ਸਾਹਿਬ ਜੀ ਦਾ ਵੀ ਪੂਰਾ ਸਹਿਯੋਗ ਮਿਲਿਆ, ਸਰਦਾਰ ਮਾਹ ਸਿੰਘ ਜੀ ਦਾ ਸਹਿਯੋਗ ਮਿਲਿਆ, ਪਹਾੜਗੰਜ ਦੀ ਸੰਗਤਾਂ ਦਾ ਸਹਿਯੋਗ ਮਿਲਿਆ ਤੇ ਅਸੀਂ ਸੇਵਾ ਕਰਨੀ ਸ਼ੁਰੂ ਕੀਤੀ। ਸੋ ਇਹ ਸਮਝ ਆਈ ਕਿ ਇੰਨੇ ਵੱਡੇ ਦੁਸ਼ਮਣ ਦਾ, ਜਿਹਦਾ ਕਿ ਅਦ੍ਰਿਸ਼ਯ ਦੁਸ਼ਮਣ ਹੈ, ਪਤਾ ਨਹੀਂ ਕਿਹੜੀ ਅਣਦੇਖੀ ਦੁਨੀਆ ਤੋਂ ਆਇਆ, ਲੇਕਿਨ ਉਹ ਫੈਲ ਚੁੱਕਿਆ ਚਾਰੋਂ ਪਾਸੇ। ਤੇ ਇੰਨੇ ਵੱਡੇ ਦੁਸ਼ਮਣ ਦਾ, ਇੰਨੇ ਵੱਡੇ ਰਾਖਸ਼ਸ ਦਾ ਜਿਹਦਾ ਕੋਈ ਹੱਲ ਹੀ ਨਹੀਂ ਹੈ ਦੁਨੀਆ ਕੋਲ, ਵੱਡੇ ਵੱਡੇ ਦੇਸ਼ ਫੇਲ ਹੋ ਗਏ ਤੇ ਉਹਦਾ ਹੱਲ ਹਿੰਦੁਸਤਾਨ ਕੋਲ ਸੀਗਾ, ਸੋਡੀਅਮ ਹਾਈਪੋਕਲੋਰਾਈਡ। ਤੇ ਉਹ ਕੈਮੀਕਲ ਨੂੰ ਅਸੀਂ 150 ਗ੍ਰਾਮ ਕੈਮੀਕਲ ਨੂੰ 20 ਲੀਟਰ ਪਾਣੀ 'ਚ ਪਾਉਂਦੇ ਸੀਗੇ ਤੇ ਉਹ 20 ਲੀਟਰ ਜਿਸ ਜਗ੍ਹਾ ਤੇ ਅਸੀਂ ਉਹ ਸੈਨੀਟਾਈਜ਼ ਕਰਦੇ ਸੀਗੇ ਤੇ ਉਹ ਜਗ੍ਹਾ ਬਚ ਜਾਂਦੀ ਸੀਗੀ। ਤੇ ਈਵਨ ਉਸ ਵੇਲੇ ਦਾਸ ਦੇ ਨਾਲੇ ਪਿੱਛੇ ਵੀਰ ਜੀ ਬੈਠੇ ਨੇ, ਸਾਡੇ ਰਜਿੰਦਰ ਵੀਰ ਜੀ, ਹਰਜੀਤ ਵੀਰ ਜੀ, ਪਰਮਿੰਦਰ ਵੀਰ ਜੀ, ਜਸਮੀਤ ਵੀਰ ਜੀ ਪਿੱਛੇ ਬੈਠੇ ਨੇ, ਸਾਰੀ ਟੀਮ ਜਾਂਦੇ ਸਾਂ। ਤੇ ਉੱਥੇ ਸੰਗਤ ਜੀ ਕਈ ਜਗ੍ਹਾ ਤੇ ਨਾ ਅਸੀਂ ਮੋਮਡਨ ਏਰੀਆ 'ਚ ਗਏ, ਮੰਦਰਾਂ ਵਿੱਚ ਕੀਤਾ, ਮਸੀਤਾਂ ਵਿੱਚ ਕੀਤਾ, ਗੁਰਦੁਆਰਾ ਸਾਹਿਬ ਕੀਤਾ। ਉੱਥੇ ਕਈ ਜਗ੍ਹਾ ਤੇ ਨਾ ਸਾਨੂੰ ਇਹ ਸੁਣਨ ਨੂੰ ਮਿਲਦਾ ਸੀਗਾ ਕਿ ਸਰਦਾਰ ਜੀ ਜਾਂ ਸਰਕਾਰ ਨਹੀਂ ਪਹੁੰਚਤੀ ਨਾ, ਵਹਾਂ ਸਰਦਾਰ ਪਹੁੰਚ ਜਾਤੇ हैं। ਸੋ ਸੰਗਤ ਜੀ ਮੈਂ ਬੇਨਤੀ ਕਰਾਂ ਕਿ ਨਾ ਕਰੋਨਾ ਦਾ ਇਲਾਜ ਸੀਗਾ ਸੋਡੀਅਮ ਹਾਈਪੋਕਲੋਰਾਈਡ, ਐਡੇ ਵੱਡੇ ਰਾਖਸ਼ਸ ਦਾ ਇੰਨਾ ਦਾ ਇਲਾਜ। ਤੇ ਹੁਣ ਜੋ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਡਾ ਵੱਡਾ ਅਦ੍ਰਿਸ਼ਯ ਕਰਪਸ਼ਨ ਜੋ ਹੈ ਨਾ, ਵਾਇਰਸ ਰੂਪੀ ਰਾਖਸ਼ਸ, ਉਹਦਾ ਇਲਾਜ ਹੈਗਾ ਜੇ ਤੁਹਾਡੀ ਵੋਟ ਤੇ ਸਿੱਖ ਸਦਭਾਵਨਾ ਦਲ। ਸੋ ਸੰਗਤ ਜੀ ਇਸ ਰਾਖਸ਼ਸ ਦਾ, ਕਰਪਸ਼ਨ ਦਾ ਜੋ ਹੱਲ ਹੈਗਾ ਜੇ ਤੁਹਾਡੀ ਵੋਟ ਤੇ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਵਡਾਲਾ ਜੀ, ਕਿਉਂਕਿ ਉਹਨਾਂ ਦੀ ਸੱਚੀ ਸੁੱਚੀ ਨੀਅਤ, ਉਹਨਾਂ ਨੇ ਸਪਸ਼ਟ ਰੂਪੀ ਸਰਲ ਭਾਸ਼ਾ 'ਚ ਕਹਿ ਦਿੱਤਾ ਹੈ ਕਿ 10 ਰੁਪਏ 'ਚ ਬੱਚੇ ਵੀ ਪੜਾਂਗੇ। ਅਸੀਂ ਉਹਨਾਂ ਲੋਕਾਂ ਤੇ ਮੁਕੱਦਮਾ ਵੀ ਚਲਾਵਾਂਗੇ ਜਿਨ੍ਹਾਂ ਨੇ ਗੋਲਕ ਖਾਧੀ ਹੈ। ਬੇਸ਼ੱਕ ਦੁੱਧ ਦੀ ਰੱਖਿਆ ਬਿੱਲੀ ਕਰ ਰਹੀ ਹੈ, ਬੇਸ਼ੱਕ ਕਬੂਤਰ ਦੇ ਪਿੰਜਰੇ ਦਾ ਦਰਵਾਜ਼ਾ ਬਿੱਲੀ ਖੋਲ ਰਹੀ ਹੈ, ਲੇਕਿਨ ਬਿੱਲੀ ਨੂੰ ਅਸੀਂ ਫੜ ਲਾਂਗੇ ਗਰਦਨ ਤੋਂ। ਸੋ ਸੰਗਤ ਜੀ ਅੱਜ ਜੋ ਦਲ ਬਦਲ ਕੇ ਤਾਹਾਂ ਮਾਰ ਕੇ ਕਹਿੰਦੇ ਨਾ ਕਿ ਉਹ ਗਲਤ ਹੈ, ਉਹ ਗਲਤ ਹੈ, ਲੇਕਿਨ ਉਹ ਪ੍ਰੋਪਰ ਮੁਖਬਰੀ ਉਹ ਵੀ ਨਹੀਂ ਕਰ ਰਹੇ, ਕਿਉਂਕਿ ਉਹਨਾਂ ਨੂੰ ਦੁਬਾਰਾ ਤੋਂ ਸੀਟਾਂ ਚਾਹੀਦੀਆਂ, ਦੁਬਾਰਾ ਤੋਂ ਟਿਕਟਾਂ ਚਾਹੀਦੀਆਂ, ਭਾਵੇਂ ਉਹ ਸਬਜ਼ੀ ਖਾ ਕੇ ਆਇਆ ਹੈ, ਭਾਵੇਂ ਉਹ ਕੋਈ ਹੋਰ ਘੁਟਾਲਾ ਕਰਕੇ ਆਇਆ है। क्योंकि हमें खबर है लुटेरों के सब ठिकानों की, हमें खबर है लुटेरों के सब ठिकानों की, शरीके जुर्म ना होते तो मुखबरी करते। ਉਹ ਸਾਰੇ ਦੇ ਸਾਰੇ ਮਿਲੇ ਹੋਏ ਸਨ, ਬੇਸ਼ੱਕ ਅੱਜ ਉਹ ਪਾਰਟੀਆਂ ਬਦਲ ਰਹੇ ਨੇ, ਲੇਕਿਨ ਬਿਨਾਂ ਉਹਨਾਂ ਦੇ ਸੈਨ ਦੇ ਕਰਪਸ਼ਨ ਨਹੀਂ ਹੋ ਸਕਦੀ ਸੀ। ਸੋ ਭਾਈ ਸਾਹਿਬ ਜੀ ਮੇਰਾ ਅੰਤ ਵਿੱਚ ਇੱਕ ਸਵਾਲ ਹੈਗਾ ਕਿ ਕਰੋਨਾ ਇੰਨਾ ਭਿਆਨਕ ਸਮਾਂ ਗਿਆ, ਜੇ ਉਸ ਵੇਲੇ ਬਾਲਾ ਸਾਹਿਬ ਹਸਪੀਟਲ ਸਿੰਘਾਂ ਦੇ ਕੋਲ ਹੁੰਦਾ ਤੇ ਸ਼ਾਇਦ ਹੀ ਕੁਝ ਅਲੱਗ ਹੀ ਨਜ਼ਰੀਆ ਹੁੰਦਾ, ਕਿਉਂਕਿ ਜਿੱਥੇ ਸਿੰਘ ਸਿਰ ਧੜ ਦੀ ਬਾਜੀ ਲਗਾ ਕੇ, ਜਾਨ ਹਥੇਲੀ ਤੇ ਰੱਖ ਕੇ, ਲੰਗਰ ਬਣਾ ਕੇ, ਲੰਗਰ ਜੋ ਹੈ ਜਿੱਥੇ ਨੀਡ, ਜਿੱਥੇ ਜ਼ਰੂਰਤ ਹੈ ਇਲਾਕੇ 'ਚ, ਉੱਥੇ ਪਹੁੰਚਾ ਸਕਦੇ ਨੇ ਤੇ ਉੱਥੇ ਕਰੋਨਾ ਪੇਸ਼ੈਂਟ ਦਾ ਇਲਾਜ ਵੀ ਕਰਾ ਸਕਦੇ ਸਨ, ਲੇਕਿਨ ਇਹਨਾਂ ਕੋਲ ਕੁਝ ਨਹੀਂ ਸੀਗਾ। ਤੇ ਹੁਣ ਅਚਾਨਕ ਹੀ ਇੱਕ ਨਵਾਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਨਵਾਂ ਬੰਬ ਫਟਿਆ ਹੋਣੀ ਕਿ 2 ਮਹੀਨੇ 'ਚ ਹਸਪਤਾਲ ਚਾਲੂ ਹੋ ਜਾਏਗਾ। ਇਹ ਕਿਹੜਾ ਚਾਈਨਾ ਮੇਡ ਹਸਪੀਟਲ ਬਣ ਜਾਏਗਾ ਜੋ ਪਿਛਲੇ 4 ਸਾਲਾਂ ਤੋਂ ਨਹੀਂ ਬਣਿਆ ਤੇ ਇੱਕਦਮ ਹੀ 2 ਮਹੀਨੇ 'ਚ ਬਣ ਜਾਏਗਾ? ਇਹ ਤਾਂ ਸਿਆਸੀ ਉਹ ਇਹਨਾਂ ਦੇ ਸਟੰਟ ਨੇ ਜੀ, भी बात वो करें जिसके 100 पहलू हों, क्योंकि बात बदलने के लिए कोई तो होगा। ये शुरू तो करते आए ने, अज कोई इन्हां दी नवीं खेड नहीं आ। इदां दा कुछ नहीं होना। जिथों तक करोना वायरस दा हैगा है कि करोना उन्ना खतरनाक नहीं आ,
ਜਿੰਨੇ ਇਹ ਬੇਈਮਾਨ ਲੋਕ ਚਾਹੇ ਉਹ ਡਾਕਟਰ ਸੀਗੇ ਕਿਡਨੀਆਂ ਵੇਚਣ ਵਾਲੇ, ਚਾਹੇ ਉਹ ਪ੍ਰਚਾਰਕ ਸੀਗੇ ਲੋਕਾਂ ਨੂੰ ਡਰਾਉਣ ਵਾਲੇ ਕਰੋਨਾ ਦੇ ਨਾਂ ਤੇ ਚਾਹੇ ਉਹ ਸਰਕਾਰਾਂ ਸੀਗੀਆਂ ਵੀ ਅੱਜ ਵੀ ਉਹਦੇ ਗੰਦੀ ਰਾਜਨੀਤੀ ਖੇਡ ਰਹੀਆਂ। ਔਰ ਜਿੱਥੋਂ ਤੱਕ ਸਵਾਲ ਸੇਵਾ ਦਾ ਹੈ ਬਾਲਾ ਸਾਹਿਬ ਜੀ ਦਾ, ਆ ਸਿਆਸੀ ਲੋਕਾਂ ਨੂੰ ਗੁਰਦੁਆਰਿਆਂ ਚੋਂ ਕੱਢ ਦਿਓ। ਅਕਾਲ ਤਖਤ ਸਾਹਿਬ ਤੋਂ, ਦਿੱਲੀ ਕਮੇਟੀ ਚੋਂ, ਚੀਫ ਖਾਲਸਾ ਦੀਵਾਨ ਤੋਂ, ਖਾਲਸਾ ਕਾਲਜ, ਸਿੱਖ ਸੰਸਥਾਵਾਂ ਦੇ ਵਿੱਚੋਂ ਕੱਲਾ ਦਿੱਲੀ ਬਾਲਾ ਸਾਹਿਬ ਛੱਡੋ, ਪੂਰੀ ਦੁਨੀਆ ਨੂੰ ਬਾਲਾ ਸਾਹਿਬ ਬਣਾ ਦੇਵਾਂਗੇ। ਇਹ ਧਿਆਨ ਰੱਖਿਓ। ਇਹ ਸੰਗਤ ਜੀ ਮੈਂ ਬੇਨਤੀ ਕਰਾਂਗਾ ਆਪਣੇ ਸਿੰਘ ਵੀਰਾਂ ਨੂੰ ਕਿ ਇਸ ਗੱਲ ਉੱਤੇ ਨੇ ਇੱਕ ਜਕਾਰਾ ਬਣਦਾ ਜੀ। ਸਤਿ ਸ੍ਰੀ ਅਕਾਲ। ਗੋਲਕਾਂ ਖਾ ਰਹੇ ਨੇ ਬਾਦਲ ਕੇ ਦਰਬਾਰ ਸਾਹਿਬ, ਇੱਧਰ ਦਿੱਲੀ ਵਾਲੇ ਆ ਜਿਹੜੇ 2-3 ਟੱਬਰ ਰਲੇ ਹੋਏ ਆ, 3 ਇੱਥੇ ਨੇ ਤੇ ਚੌਥਾ ਉਹ ਆ, ਚਾਰੇ ਗਲੋਂ ਨਹੀਂ ਲੱਥੇ। ਔਰ ਇਹ ਚਾਰੇ ਦੇ ਚਾਰੇ ਗੁਰਦੁਆਰੇ ਪੰਜਾਬ, ਹਰਿਆਣਾ, ਦਿੱਲੀ ਦੀਆਂ ਗੋਲਕਾਂ ਛਕੀ ਜਾ ਰਹੇ ਨੇ। ਉਹਦੇ ਬਾਵਜੂਦ ਸਿੱਖ ਜੇ ਆਪਣੇ ਸਿਰ ਤੇ ਖੜ ਕੇ ਪੂਰੇ ਭਾਰਤ ਦੇ ਵਿੱਚ ਕਰੋਨਾ ਦੇ ਸਮੇਂ ਦਵਾਈਆਂ, ਲੰਗਰ ਆਦਿਕ ਵੰਡ ਰਹੇ ਨੇ। ਔਰ ਵਰਲਡ ਲੈਵਲ ਤੇ ਤੁਹਾਡੀਆਂ ਜਥੇਬੰਦੀਆਂ ਨਿੱਕੇ ਨਿੱਕੇ ਝੁੰਡ ਬਣਾ ਕੇ ਲੱਗੀਆਂ ਹੋਈਆਂ ਨੇ। ਕੋਈ ਭਾਈ ਕਨ੍ਹਈਆ ਸੇਵਾ ਦਲ, ਕੋਈ ਸੁਖਮਨੀ ਸਾਹਿਬ ਸੁਸਾਇਟੀ, ਕੋਈ ਹੋਰ ਨੌਜਵਾਨ ਸਭਾ। ਜੇ ਇਹ ਸਾਰੇ ਅੱਜ ਜੇ ਲੰਗਰ ਕਿਸਾਨ ਵੀਰਾਂ ਦਾ ਚੱਲ ਰਿਹਾ ਹੈ ਤੇ ਇਹ ਤਾਂ ਗੁਰੂ ਦੀ ਗੋਲਕ ਚੋਂ ਲੈ ਕੇ ਜਾ ਰਿਹਾ, ਇਹਨਾਂ ਦੇ ਪਿਓ ਦਾ ਤਾਂ ਹੈ ਨਹੀਂ, ਇਹ ਸਿੱਖ ਸੰਗਤਾਂ ਦਾ ਹੈ। ਔਰ ਜਿਹੜੇ ਉੱਥੇ ਲੱਗੇ ਹੋਏ ਆ ਉਹ ਦਿਹਾੜੀਆਂ ਵੀ ਛੱਡ ਰਹੇ ਆ, ਤਨਖਾਹਾਂ ਵੀ ਛੱਡ ਰਹੇ ਆ। ਜਿਹੜਾ ਘਰ ਸੀ ਉਹ ਉੱਥੇ ਜਾ ਕੇ ਖਰਚ ਰਿਹਾ। ਇਹ ਗੁਰੂ ਕਾ ਪੰਥ ਜਿਹੜਾ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਸ ਡਿੱਠੇ ਸਭ ਦੁੱਖ ਜਾਏ। ਸਿੱਖ ਨੂੰ ਕੋਈ ਕਰੋਨਾ ਨਹੀਂ ਹੋਣਾ, ਕਿਉਂਕਿ ਉਹ ਆਇਆ ਹੀ ਇਸ ਵਾਸਤੇ ਵੀ ਜਦੋਂ ਇੱਥੇ ਕਿਤੇ ਕਰੋਨੇ ਆਉਣੇ ਨੇ ਉਹਨੇ ਸੇਵਾ ਕਰਨੀ। ਚਾਹੇ ਗੁਰੂ ਹਰਕ੍ਰਿਸ਼ਨ ਸਾਹਿਬ ਬਣ ਕੇ ਮਹਾਮਾਰੀ ਫੈਲੀ ਉੱਥੇ ਲਾਹੌਰ ਦੇ ਵਿੱਚ, 8 ਮਹੀਨੇ ਗੁਰੂ ਅਰਜਨ ਸਾਹਿਬ ਨੇ ਸੇਵਾ ਕੀਤੀ। 3 ਮਹੀਨਿਆਂ 'ਚ ਅਕਬਰ ਹੱਥ ਖੜੇ ਕਰਕੇ ਦੌੜ ਗਿਆ ਸੀਗਾ। ਮਹਾਰਾਜ ਨੇ 8 ਮਹੀਨੇ ਲਾਏ। 8 ਮਹੀਨਿਆਂ 'ਚੋਂ ਮਹਾਮਾਰੀ ਦੂਰ ਕਰਕੇ ਸਾਰਿਆਂ ਨੂੰ ਤੰਦਰੁਸਤ ਕਰਕੇ ਮਹਾਰਾਜ ਫਿਰ ਪਿਛਾਂਹ ਪਰਤਦੇ ਨੇ। ਇਸ ਲਈ ਇਹ ਸਿੱਖਾਂ ਵਾਸਤੇ ਕੋਈ ਕਰੋਨਾ ਨਹੀਂ। ਜੇ ਕੋਈ ਵੱਡਾ ਕਰੋਨਾ ਹੈ ਤੇ ਗੁਰਦੁਆਰਿਆਂ 'ਚ ਸਿਆਸਤ ਹੈ। ਇਸ ਕਰੋਨੇ ਨੂੰ 2021 ਚੋਂ ਦਿੱਲੀ ਵਾਲਿਓ ਸ਼ੁਰੂ ਕਰ ਦਿਓ। ਤੁਹਾਡੀ ਹਵਾ ਪੰਜਾਬ ਜਾਵੇ, ਤੁਹਾਡੀ ਹਵਾ ਪੰਜਾਬ ਦਾ ਰੁਖ ਬਦਲੇ, ਦਿੱਲੀ ਦੀ ਸਿਆਣਪ ਪੰਜਾਬ ਨੂੰ ਜਾਵੇ ਤੇ ਪੰਜਾਬ ਵਾਲੇ ਤੁਹਾਡੀ ਤਰ੍ਹਾਂ ਫਿਰ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾ ਦੇਣ। ਇਹ ਇਕੱਲਾ ਬਾਲਾ ਸਾਹਿਬ ਇੱਥੇ ਹੀ ਨਹੀਂ ਹੋਊਗਾ। ਜੇ ਪੂਰੀ ਦੁਨੀਆ ਤੇ ਕਰੋਨਾ 'ਚ ਲੰਗਰ, ਦਵਾਈਆਂ ਦੇ, ਪੜ੍ਹਾਈਆਂ ਦੇ, ਖਾਣ ਪਾਣ ਦੇ, ਕੱਪੜਿਆਂ ਦੇ ਲੱਗ ਸਕਦੇ ਨੇ ਤੇ ਸੋਚੋ ਵੀ ਜਿੱਦਣ ਦਰਬਾਰ ਸਾਹਿਬ ਤੇ ਦਿੱਲੀ ਕਮੇਟੀ ਸਿੱਖੋ ਤੁਹਾਡੀ ਸਿੱਖ ਨੀਤੀ ਦੇ ਕੋਲ ਹੋਵੇਗੀ। ਇਹਨਾਂ ਨੇ ਬਾਲਾ ਸਾਹਿਬ ਖੰਡਰ ਬਣਾਏ ਨੇ, ਤੁਸੀਂ ਖੰਡਰਾਂ ਨੂੰ ਬਾਲਾ ਸਾਹਿਬ ਬਣਾ ਕੇ ਪੇਸ਼ ਕਰ ਦਿਓ। ਵਾਹ ਜੀ ਵਾਹ। ਸੋ ਸੰਗਤ ਜੀ, ਭਾਈ ਸਾਹਿਬ ਨੇ ਨਾ ਬੜੇ ਸੋਹਣੇ ਲਫ਼ਜ਼ਾਂ ਸਮਝਾਇਆ ਹੈ ਬਾਲਾ ਸਾਹਿਬ ਹਸਪੀਟਲ ਦੇ ਬਾਰੇ ਵੀ, ਤੇ ਹੋਰ ਇਹਨਾਂ ਨਾਲ ਵਿਚਾਰ ਸਾਂਝੇ ਹੋਏ ਨੇ। ਤਲਵਾਰ ਕਿੰਨੀ ਵੀ ਤੇਜ਼ ਹੋਵੇ ਨਾ, ਆਪਣੇ ਮਿਆਨ ਨੂੰ ਕਦੀ ਨਹੀਂ ਕੱਟਦੀ, ਲੇਕਿਨ ਮੌਜੂਦਾ ਹਾਲਾਤ ਦੇਖਦੇ ਹਨ, ਜਿਨ੍ਹਾਂ ਨੂੰ ਅਸੀਂ ਸੀਟਾਂ ਤੇ ਬਿਠਾਉਂਦੇ ਹਾਂ, ਜਿਨ੍ਹਾਂ ਨੂੰ ਅਸੀਂ ਆਪਣੇ ਸਿਰਾਂ ਦੇ ਤਾਜ ਸਮਝਦੇ ਹਾਂ, ਉਹ ਸਾਨੂੰ ਕੁੱਤਾ ਸਮਝਦੇ ਨੇ। ਬੁਰਾ ਨਾ ਮੰਨਣਾ ਸੰਗਤ ਜੀ, ਮੈਂ ਲਫ਼ਜ਼ ਯੂਜ਼ ਕਰ ਰਿਹਾ, ਲੇਕਿਨ ਸਿਰਫ ਔਰ ਸਿਰਫ ਇਲੈਕਸ਼ਨ ਦੇ 4 ਦਿਨਾਂ ਤੱਕ ਉਹ ਨੌਜਵਾਨ ਵੀਰ ਜਿਨ੍ਹਾਂ ਨੂੰ ਅਣਗਿਣਤ ਵਾਈਸ ਚੇਅਰਮੈਨ ਬਣਾਏ ਹੋਏ ਨੇ ਗੁਰਦੁਆਰਾ ਸਾਹਿਬ ਦੇ, ਅਣਗਿਣਤ ਪਾ ਸਰੋਪੇ ਬਣੋ ਜੀ ਵਾਈਸ ਚੇਅਰਮੈਨ, ਬਣੋ ਜੀ। ਹਾਲਾਂਕਿ ਉਹਨਾਂ ਦੀ ਚੱਲਦੀ ਇੱਕ ਵੀ ਨਹੀਂ ਹੈਗੀ ਜੇ। ਮੇਰੇ ਨਾਲ ਕਈ ਵਾਰ 5-6 ਵੀਰ ਮੇਰੇ ਨਾਲ ਆਪਣੇ ਸੰਗੀ ਸਾਥੀ ਜੁੜੇ ਹਨ ਜਿਨ੍ਹਾਂ ਨੂੰ ਵਾਈਸ ਚੇਅਰਮੈਨ ਬੰਗਲਾ ਸਾਹਿਬ ਦਾ ਹੀ ਬਣਾਏ, ਹੋਰ ਵੀ। ਹਾਲਾਂਕਿ ਉਹ ਕਹਿੰਦੇ ਨੇ, ਜਦੋਂ ਅਸੀਂ ਰਾਤੀ ਕੀਰਤਨ ਤੇ ਜਾਂਦੇ ਹਾਂ, ਮਿਲ ਜੁਲ ਕੇ ਗੁਰਬਾਣੀ ਦਾ ਜਸ ਗਿਆਨ ਕਰਦੇ ਹਾਂ, ਤੇ ਉਹ ਕਹਿੰਦੇ ਨੇ ਸਾਡੀ ਚੱਲਦੀ ਨਹੀਂ ਹੈਗੀ ਏ, ਲੇਕਿਨ ਸਾਡੇ ਗਲੇ 'ਚ ਕੁੱਤੇ ਦਾ ਪੱਟਾ ਪਾਤਾ ਹੈ। ਪਤਾ ਨਹੀਂ ਐਵੇਂ ਜਿਹੇ ਲਫ਼ਜ਼ ਕਿਉਂ ਯੂਜ਼ ਹੋ ਰਹੇ ਨੇ। ਤੇ ਦੂਜੀ ਬੇਨਤੀ ਇਹ ਸੰਗਤ ਜੀ ਕਿ ਇਹਨਾਂ ਨੇ ਨਾ ਜੋ ਮਜ਼ਾਕ ਬਣਾਈ ਹੋਈ ਹੈ ਨਾ, ਅਸੀਂ ਉਸ ਮਜ਼ਾਕ ਦਾ ਹੁਣ ਹੱਲ ਕੱਢਣਾ ਹੈ ਜੇ। ਭਾਈ ਸਾਹਿਬ ਦੇ ਮਨ ਵਿੱਚ ਇੱਕ ਸਿੱਖੀ ਦੀ ਸੇਵਾ ਕਰਨ ਦਾ ਵਲਵਲਾ ਹੈਗਾ ਜੇ। ਗੁਰੂ ਸਾਹਿਬ ਦੀ ਭੈ ਭਾਵਨੀ 'ਚ ਰਹਿਣ ਵਾਲੇ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਵਡਾਲਾ ਜੀ ਆਪ ਸਾਰਿਆਂ ਦੀ ਲੜਾਈ ਲੜ ਰਹੇ ਜੇ, ਇਹ ਧਿਆਨ ਰੱਖਣਾ। ਪੰਜਾਬ ਤੋਂ ਦਿੱਲੀ ਆ ਕੇ ਆਪ ਸਾਰਿਆਂ ਦੀ ਸੇਵਾ ਕਰਨ ਲਈ, ਨਵੀਂ ਪਨੀਰੀ ਨੂੰ ਅੰਮ੍ਰਿਤ ਵਾਲੇ ਬੰਨੇ ਤੋਰਨ ਦੇ ਲਈ, ਨਵੀਂ ਪਨੀਰੀ ਦੀ ਐਜੂਕੇਟਿਡ ਜੋ ਐਜੂਕੇਸ਼ਨ ਹੈਗੀ ਹੈ। ਕਿਉਂਕਿ ਅੱਜ ਤੱਕ ਕੀ ਹੋਇਆ, ਦੇਖੋ ਸਭ ਤੋਂ ਵੱਡਾ ਦੁੱਖ ਪਤਾ ਕਦੋਂ ਹੁੰਦਾ ਹੈ,
ਤੁਸੀਂ ਇੱਥੇ ਇੰਨੇ ਸੈਂਕੜਿਆਂ ਦੀ ਤਾਦਾਦ ਵਿੱਚ ਇਹ ਸੈਮੀਨਾਰ 'ਚ ਸਾਰੇ ਬੈਠੇ ਹੋਏ ਹੋ, ਲੇਕਿਨ ਸਭ ਤੋਂ ਵੱਡਾ ਦੁੱਖ ਹੈ, ਮੇਰਾ ਪੁਆਇੰਟ ਆਫ ਵਿਊ ਹੈ, ਮੈਂ ਭਾਈ ਸਾਹਿਬ ਦੇ ਮਾਫੀ ਚਾਹਾਂਗਾ, ਇਹ ਮੇਰਾ ਪੁਆਇੰਟ ਆਫ ਵਿਊ ਹੈ, ਇੰਟਰਵਿਊ ਆਪ ਜੀ ਦਾ ਹੈ, ਲੇਕਿਨ ਮੈਂ ਦੱਸਣਾ ਚਾਹੁੰਦਾ ਕਿ ਇੱਕ ਵਿਵੇਕੀ ਸਿੰਘ, ਅੰਮ੍ਰਿਤ ਵੇਲਾ ਸੰਭਾਲਣ ਵਾਲਾ ਵਿਵੇਕੀ ਸਿੰਘ ਅਧਿਆਤਮਕ ਦੀ ਦੁਨੀਆ 'ਚ ਜਿਹਦਾ ਕੋਈ ਨਾਮ ਵੀ ਹੈ, ਜਿੱਥੇ ਉਹ ਸਿੰਘ ਸਾਹਿਬ ਆਉਂਦੇ ਨੇ ਨਾ ਤੇ ਉਹਨਾਂ ਨੂੰ ਸਭ ਤੋਂ ਪਹਿਲੇ ਫਤਿਹ ਬੁਲਾਈ ਜਾਂਦੀ ਹੈ। ਇਹ ਮੇਰਾ ਪੁਆਇੰਟ ਆਫ ਵਿਊ, ਔਰ ਮੈਂ ਦੇਖਿਆ, ਹੱਡਬੀਤੀ ਗੱਲ ਦੱਸ ਰਿਹਾ ਜੀ। ਤੇ ਉਸ ਵਿਵੇਕੀ ਸਿੰਘ ਨੂੰ ਇੱਕ ਇਲਤੀ ਅੱਗੇ, ਇੱਕ ਅਯਾਸ਼ ਅੱਗੇ ਆਪਣੇ ਬੱਚੇ ਦੀ ਫੀਸ ਮਾਫ ਕਰਾਉਣ ਲਈ ਹੱਥ ਜੋੜਨੇ ਪੈਂਦੇ ਨੇ। ਇਹ ਸਭ ਤੋਂ ਵੱਡਾ ਦੁਖਦ ਸਾਡੇ ਕੌਮ ਦਾ ਨੇ ਦੁਖਦ ਘਟਨਾ ਹੈਗੀ ਜੀ, ਸਭ ਤੋਂ ਵੱਡੀ ਹੈ। ਇੱਕ ਵਿਵੇਕੀ ਸਿੰਘ ਨੂੰ, ਅੰਮ੍ਰਿਤਧਾਰੀ ਸਿੰਘ ਨੂੰ ਕੌਮ ਦਾ ਆਗੂ ਕੌਣ ਬੈਠਾ ਹੋਇਆ? ਇਲਤੀ ਅਯਾਸ਼, ਉਹਦੇ ਅੱਗੇ ਹੱਥ ਜੋੜਨੇ ਪੈ ਰਹੇ ਨੇ, ਤੇ ਉਹ ਵੀ ਉਹਦੀ ਫਾਈਲ ਨੂੰ ਡਸਟਬਿਨ 'ਚ ਸੁੱਟ ਦਿੰਦਾ ਹੈ। ਸੋ ਸੰਗਤ ਜੀ, ਇਹਨਾਂ ਚੀਜ਼ਾਂ ਤੋਂ ਅਸੀਂ ਬਚਣਾ। ਭਾਈ ਸਾਹਿਬ ਜੀ ਦੀ ਸੋਚ, ਮੈਂ ਤਾਂ ਕਹਾਂਗਾ ਸੋਚ ਭਾਈ ਸਾਹਿਬ ਜੀ ਦੀ ਇਹ ਪਹਿਰਾ ਅਸੀਂ ਦਿੰਦੇ ਹਾਂ। ਬਾਕੀ ਸੰਗਤ ਜੋ ਹੈਗੀ ਹੈ, ਸੰਗਤ ਦੀ ਅਦਾਲਤ ਵਿੱਚ ਭਾਈ ਸਾਹਿਬ ਜੀ ਦੀ ਫਾਈਲ ਗਈ ਹੋਈ ਹੈ। ਸੰਗਤ ਨੇ ਅਤੇ ਗੁਰੂ ਸਾਹਿਬ ਨੇ ਕਿਹਦੀ ਝੋਲੀ ਵਿੱਚ ਸੇਵਾ ਪਾਣੀ ਹੈ, ਇਹ ਆਪ ਸਾਰੇ ਡਿਸਾਈਡ ਕਰੋਗੇ। ਸੋ ਭਾਈ ਸਾਹਿਬ ਜੀ, ਮੇਰੀ ਬੇਨਤੀ ਹੋ ਰਹੀ ਕਿ ਜੇ ਸਾਰੀਆਂ ਸੀਟਾਂ ਸਿੱਖ ਸਦਭਾਵਨਾ ਦਲ ਦੇ ਕੋਲ ਆ ਜਾਂਦੀਆਂ, ਇਹ ਇੱਕ ਆਪਣਾ ਪੁਆਇੰਟ ਆਫ ਵਿਊ ਹੈ, ਤੇ ਸਭ ਤੋਂ ਪਹਿਲੇ ਕਾਰਜ ਕੀ ਹੋਏਗਾ ਜੀ? ਸਭ ਤੋਂ ਪਹਿਲਾ ਕਾਰਜ ਇਹ ਹੋਊਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਨਾ। ਦੂਸਰਾ ਕਾਰਜ ਹੋਊਗਾ, ਗੁਰਦੁਆਰਿਆਂ ਦੇ ਵਿੱਚੋਂ ਇਹਨਾਂ ਸਿਆਸੀ ਲੋਕਾਂ ਦੀ ਦਖਲਅੰਦਾਜ਼ੀ ਨੂੰ ਪੱਕੇ ਤੌਰ ਤੇ ਬੰਦ ਕਰਨਾ। ਇਹਨਾਂ ਦੇ ਬਣਾਏ ਹੋਏ ਸਿਆਸੀ ਦਫ਼ਤਰ ਗੁਰਦੁਆਰਿਆਂ 'ਚ ਚੱਕ ਕੇ ਬਾਹਰ ਮਾਰਨੇ। ਤੀਸਰਾ ਕਾਰਜ ਹੋਊਗਾ, ਬੱਚਿਆਂ ਦਾ ਜਿਹੜਾ 10 ਰੁਪਏ ਪੜ੍ਹਾਉਣ ਵਾਲਾ ਸਕੂਲਾਂ ਦਾ। ਚੌਥਾ ਸਾਡਾ ਉਹ ਮੈਡੀਕਲ ਦਾ ਹੋਊਗਾ। ਇਸੇ ਤਰ੍ਹਾਂ ਪੰਜਵਾਂ ਜਿਹੜਾ ਹੈ, ਗੋਲਕ ਚੋਰਾਂ ਤੇ ਕਮਿਸ਼ਨ ਬਿਠਾਉਣਾ। ਅਸੀਂ ਉਹ ਕੰਮ ਨਹੀਂ ਕਰਨਾ ਵੀ 4 ਸਾਲ ਬੀਤ ਕੇ ਦੇਖਾਂਗੇ, ਕਰਾਂਗੇ, ਸੋਚਾਂਗੇ, ਨਾ, ਇਹ ਕਾਰਜ ਆਉਂਦੇ ਹੀ ਹੋਣਗੇ ਔਰ ਇਹਦੇ ਰਿਜ਼ਲਟ ਤੁਹਾਨੂੰ ਮਿਲਣੇ ਸ਼ੁਰੂ ਹੋਣਗੇ। ਉਹ ਵੀ ਪਹਿਲੇ ਸਾਲ 'ਚ, ਇਹ ਨਹੀਂ ਵੀ ਚੌਥੇ ਸਾਲ 'ਚ ਦੇਖਾਂਗੇ, ਪਹਿਲੇ ਸਾਲ 'ਚੋਂ ਅਸੀਂ ਇਹਦੀ ਸਾਰੀ ਸ਼ੁਰੂਆਤ ਹੋਊਗੀ। ਗੋਲਕ ਚੋਰਾਂ ਤੇ ਸਕੰਜਾ ਕੱਸਣਾ, ਇਹ ਸਾਡੀ ਜਿਹੜੀ ਹੈ ਸ਼ੁਰੂਆਤੀ ਜਿਹੜੀ ਆਰੰਭਤਾ ਉਹ ਇੱਥੋਂ ਹੋਊਗੀ। ਸੋ ਸੰਗਤ ਜੀ, ਭਾਈ ਸਾਹਿਬ ਜੀ ਨੇ ਬੜੇ ਸਪਸ਼ਟ ਲਫ਼ਜ਼ਾਂ 'ਚ ਦੱਸਿਆ ਹੈ ਕਿ ਜੇ ਉਹਨਾਂ ਦੀ ਝੋਲੀ 'ਚ ਸਿੱਖ ਸਦਭਾਵਨਾ ਦਲ ਦੀ ਝੋਲੀ ਸਾਰੀਆਂ ਸੀਟਾਂ ਪੈ ਜਾਂਦੀਆਂ ਤੇ ਉਹਨਾਂ ਨੇ ਸਭ ਤੋਂ ਪਹਿਲੇ ਕੀ ਕਰਨਾ ਹੈ। ਸੋ ਸੰਗਤ ਜੀ, 4 ਕੁ ਦਿਨ ਪਹਿਲੇ ਦੀ ਗੱਲ ਹੈ, ਮੈਂ ਦੱਸਣਾ ਚਾਹੁੰਦਾ ਕਿ ਇੱਕ ਛੋਟਾ ਜਿਹਾ ਇਕੱਠ ਸੀਗਾ ਤੇ ਉੱਥੇ ਸਾਡੇ ਸਤਿਕਾਰਯੋਗ ਮਾਨ ਸਿੰਘ ਜੀ ਵੀ, ਦਿੱਲੀ ਦੀ ਜਾਣੀ ਮਾਣੀ ਹਸਤੀ, ਉਹ ਵੀ ਪਹੁੰਚੇ ਹੋਏ ਸਨ, ਦਾਸ ਵੀ ਉੱਧਰ ਸੀ। ਤੇ ਉੱਥੇ ਨਾ ਗੱਲ ਚੱਲ ਰਹੀ ਸੀਗੀ ਕਿ ਸੰਗਤਾਂ ਦਾ ਰੁਝਾਨ ਕੀ ਹੈ। ਸੋ ਮੇਰੇ ਨਾਲ ਸਰਦਾਰ ਅਵਨੀਤ ਸਿੰਘ ਜੀ ਨੇ, ਇਹਨਾਂ ਕੋਲ ਕੈਮਰਾ ਵੀ ਸੀ, ਤੇ ਉਹ ਰੁਝਾਨ ਪੁੱਛਦੇ ਨਾ, ਤੇ ਇੱਕ ਸਰਦਾਰ ਸਾਹਿਬ ਆਏ ਤੇ ਉਹਨਾਂ ਨੇ ਕਿਹਾ ਕਿ ਕੌਣ ਜਾਣਦਾ ਸਰਦਾਰ ਮਾਨ ਸਿੰਘ ਜੀ ਨੂੰ? ਇਹ ਉਹਨਾਂ ਦੇ ਲਫ਼ਜ਼ ਸੀਗੇ, ਕੌਣ ਜਾਣਦਾ? ਅਸੀਂ ਸਰਨਾ ਸਾਹਿਬ ਨੂੰ ਜਾਣਦੇ ਹਾਂ, ਜੀਕੇ ਸਾਹਿਬ ਨੂੰ ਜਾਣਦੇ ਹਾਂ, ਸਿਰਸਾ ਸਾਹਿਬ ਨੂੰ, ਇਹਨਾਂ ਨੂੰ ਕੌਣ ਜਾਣਦਾ? ਤੇ ਇਹਨਾਂ ਨੇ ਉਸ ਚੀਜ਼ ਦਾ ਜੋ ਰੂਪ ਰੇਖਾ ਤਿਆਰ ਕੀਤੀ, ਉਹਨਾਂ ਨੂੰ ਸਮਝਾਇਆ, ਤੇ 10 ਕੁ ਮਿੰਟ ਦੇ ਬਾਅਦ ਇਹ ਹੱਡਬੀਤੀ ਜੇ ਉਹ ਸਰਦਾਰ ਸਾਹਿਬ ਨੇ ਕਿਹਾ ਕਿ ਮੈਂ ਵੋਟ ਸਿੱਖ ਸਦਭਾਵਨਾ ਦਲ ਨੂੰ ਹੀ ਪਾਵਾਂਗਾ, ਕਿਉਂਕਿ ਉਹਨਾਂ ਦੇ ਜੋ ਦਿਮਾਗ ਤੇ ਉਹਨਾਂ ਦੀ ਅੱਖਾਂ ਤੇ ਜੋ ਹਨੇਰਾ ਸੀ ਨਾ, ਉਹ ਸਰਦਾਰ ਮਾਨ ਸਿੰਘ ਜੀ ਨੇ ਸਿਰਫ 10 ਮਿੰਟ ਵਿੱਚ ਸਹੀ ਕਰਤਾ ਸੀ। ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਨਾ, ਸਰਦਾਰ ਸਾਹਿਬ ਦੇ ਦਿਮਾਗ 'ਚ ਸੀਗਾ ਕਿ ਮੈਂ ਉਹ ਪੰਜਾਬੀ ਦੀ 2 ਲਾਈਨਾਂ ਕਹਿ ਕਿ ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ, ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ, ਨਿੱਕਾ ਜਿਹਾ ਇੱਕ ਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗੇ। ਸੋ ਸਰਦਾਰ ਮਾਨ ਸਿੰਘ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਉਹਨਾਂ ਨੂੰ ਸਮਝਾਇਆ। ਤੇ ਉਹ ਜੋ ਵੀ ਸਾਡੇ ਓਪੋਜੀਸ਼ਨ ਵਾਲੇ, ਮੈਂ ਨਹੀਂ ਕਹਾਂਗਾ, ਉਹਨਾਂ ਦੇ ਸਿਰਾਂ ਦੇ ਪੱਗਨ ਸਾਡੇ ਵੀਰ ਹਨ ਉਹ ਵੀ, ਤੇ ਉਹਨਾਂ ਨੇ 10 ਕੁ ਮਿੰਟ ਦੇ ਵਿੱਚ ਹੀ ਡਿਸੀਜਨ ਲੈ ਲਿਆ ਕਿ ਭਾਈ ਸਾਹਿਬ ਜੀ ਅਸੀਂ ਸਿਰ ਧੜ ਦੀ ਬਾਜੀ ਲਗਾ ਦਾਂਗੇ, ਲੇਕਿਨ ਵੋਟਾਂ ਜੋ ਹਨ ਉੱਥੇ ਹੀ ਪੈਣੀਆਂ ਸਿੱਖ ਸਦਭਾਵਨਾ ਦਲ ਨੂੰ। ਸੋ ਸੰਗਤ ਜੀ, ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਵਡਾਲਾ ਜੀ ਦਾ ਅਸੀਂ ਪਹਿਲੇ ਦਾ ਧੰਨਵਾਦ ਕਰਦੇ ਹਾਂ, ਉਹਨਾਂ ਨੇ ਸਾਨੂੰ ਟਾਈਮ ਦਿੱਤਾ ਹੈ। ਤੇ ਇੱਥੇ ਜੋ ਸੈਂਕੜਾਂ ਦੀ ਤਾਦਾਦ ਤੇ ਜੋ ਸਿੰਘ ਸਾਡੇ ਵੀਰ ਬੈਠੇ ਨਾ, ਉਹਨਾਂ ਦੀ ਇੱਕੋ ਇੱਕ ਸੋਚ ਹੈਗੀ ਜੇ ਕਿ ਇਸ ਵਾਰ ਸੱਚੀ ਸੁੱਚੀ ਸੇਵਾ ਹੋਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਹ ਲੋਕੀ ਆਵਣ ਜਿਨ੍ਹਾਂ ਨੇ ਨਾਕੋ ਬੈਰੀ ਨਾਹੇ ਬੇਗਾਨਾ ਵਾਲੀ ਪੜ੍ਹਾਈ ਕੀਤੀ ਹੋਵੇ, ਜਿਨ੍ਹਾਂ ਨੇ ਇਹ ਵੀ ਪੜ੍ਹਾਈ ਕੀਤੀ ਹੋਵੇ ਕਿ ਪ੍ਰਥਮ ਰਹਿਤੀ ਹੈ ਜਾਨ ਖਾਂਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਹੇ। ਉਹਨਾਂ ਨੂੰ ਨਹੀਂ ਲੈ ਕੇ ਆਣਾ ਜੋ ਸ਼ਰਾਬ ਪਿਲਾ ਕੇ ਤਾਂ ਵੋਟ ਪਵਾਉਂਦੇ ਨੇ ਤੇ ਜੀਤਣ ਦੇ ਬਾਅਦ ਸ਼ਰਾਬ ਦੀ ਨਦੀਆਂ ਵਹਾ ਦਿੰਦੇ ਨੇ, ਉਹਨਾਂ ਨੂੰ ਨਹੀਂ ਲੈ ਕੇ ਆਣਾ।
ਹੁਣ ਕੋਈ इल्लती नहीं आएगा, कोई अयाश नहीं आएगा, कोई कुरैतिया नहीं आएगा। क्योंकि संगत जी देखो, जे सीट ते कोई अमृतधारी बैठा है तो तुसी कोई अपना कोई कारज वास्ते गए हो, कोई विवेकी सिंह गया है, तो सब तो पहले तो एक काम होएगा कि उन्हें फतेह बुलानी जे, वो फतेह गुरु दी हैगी जे। और संगत जी सब तो वड्डी गल है कि जे तुहाडा कोई काम एक अद्धा दिन लेट भी हो गया ना, लेकिन मेरी गारंटी है कि वो सिख सद्भावना दल दा अमृतधारी कैंडीडेट तुहाडे लई एक वार तां पाठ जरूर करेगा। धन गुरु गोबिंद सिंह साहब माता साहब कौर जी के चरणों च कि इस सिंह दा महाराज जी कारज जल्दी तो जल्दी रास करना। कोई कनैक्टिंग जो है ना, उत्ते वाली जो परमात्मा की कनैक्टिंग बड़ी सोहनी हैगी जे। संगत जी बेशक 4G 5G चल रहे हैं, लेकिन जो परमात्मा की कनैक्टिंग इन्नी जबरदस्त जे असी धरती ते सीस झुकाने आ दुआ दे लई ते कबूल होंदी है आसमान दे विच। सो बड़ी सोहनी कनैक्टिंग है। सो अज बेनती मेरी भी है ते बड़े सारे सिंघां दी वीरां दी बेनती है कि आओ सारे रल मिल के जकारियां दी गूंज दे नाल इस चीज़ की पुष्टि कर दईए कि इस वार सारियां दी सारियां सीटां सिख सद्भावना दल दी झोली जाणियां जी। बोले सो निहाल, सत श्री अकाल, सो निहाल, सत श्री अकाल, बोले सो निहाल, दो बोले सो निहाल। जो दुनिया को दिखाई दे उसे कहते हैं खामोशी, जो दुनिया को सुनाई दे उसे कहते हैं खामोशी, जो आंखों में दिखाई दे उसे तूफान कहते हैं। सो संगत जी सरदार बलदेव सिंह वडाला जी का जो तूफान जो वलवला है ना, उन्होंने ठंडा ना होने देना, यह बेनती जे। क्योंकि यही मौका हैगा जे आने वाले कुछ ही समय दिल्ली सिख गुरुद्वारा प्रबंधक कमेटी का बिगुल वज चुकी है जो चोणों का, किसी भी समय डेट डिक्लेयर हो सकती जे और विद इन 2 and 3 months। सिर्फ बस तुसी अपनी वोट ते अपनी सोच ते पैरा देना है, ना तुसी पैसे लैने ना कोई गिफ्ट लेना है। क्योंकि जे असी गिफ्ट या पैसे लैने आ ते असी काणे होने आ, असी वो काम नहीं करना। सच्ची सुच्ची सोच वाले लैके आवांगे तो दिल्ली सिख गुरुद्वारा प्रबंधक कमेटी विच अमृतधारी सिंघां दी ओ फौज, खालसा पंथ दे सिरलथ अणखीले पंथ दे ओ नौजवान लैके आवांगे जिन्हां ने सिर्फ और सिर्फ एक ही एजेंडे ते पैरा देना है कि सिक्खी दी सेवा, सिर्फ और सिर्फ सिक्खी दी सेवा। नहीं आना असी इनोवा गड्डियां ते, नहीं रखने ड्राइवर, असी अपनी स्कूटियां ते आ जाएंगे। की लोड़ है सानू इनोवा गड्डियां, की सानू मिनिस्ट्री पावर दिखाने की लोड़ है? असी गुरु घर के सेवादार हाँ, असी क्यों पावर रखीए? असी जब जाना ही नहीं राज्य सभा लोक सभा वाले बन्ने, असी तो संगत की सेवा करनी है। सो संगत जी एवं जो होर मुद्दे लैके आवांगे। सब तो पहले इन्हां सारियां वीरां दा धन्नवाद। रब दा रेडियो गुरबाणी चैनल, रब दा रेडियो न्यूज़ चैनल की सारी टीम हाथ बन के आप सारे की चढ़ती कला मंगती है। धन गुरु तेग बहादुर साहब माता गुजर कौर जी के चरणों अर्जोइयां कर दी है जी। आप सारियां नूं देह अरोगता की दात मिले तो सत्कारयोग सरदार बलदेव सिंह वडाला जी नूं तरक्कियां मिलन जी। वाहिगुरू जी का वाहिगुरू जी वाहिगुरू जी।